स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट रजीव भास्कर जी और सरदार इंद्रप्रीत सिंह जी, दोनों को उच्चियां। बहुत बहुत शुक्रिया रंधावा जी। थैंक यू जी, थैंक यू सर। यारी लगी ते लवा ले तख्ते ते टुੱਟੀ ते चकाठ पटती। ਦਿੱਲੀ ਦੇ ਵਿੱਚ ਕਾਰੋਬਾਰ ਹੁੰਦਾ ਰਿਹਾ, ਉਹਦਾ ਪੰਜਾਬ ਨਾਲ ਕੀ ਤਾਲੁਕਾਤ, ਲੋਕ ਸਵਾਲ ਪੁੱਛਦੇ ਰਹੇ। ਮੇਰਾ ਮੱਥਾ ਉਸ ਦਿਨ ਵੀ ਠਣਕਿਆ ਸੀ ਜਿੱਦਣ ਨਰੇਸ਼ ਦੂਬੇ ਦੀ ਬਦਲੀ ਹੋ ਗਈ ਸੀ ਡਿਸਟਿਲਰੀਜ਼ ਦੇ ਇੰਚਾਰਜ ਵਜੋਂ। ਸਾਲਾਂ ਤੋਂ ਇੱਕ ਵਿਅਕਤੀ ਇਹ ਕੰਮਕਾਜ ਦੇਖਦਾ ਸੀ, ਉਹਨੂੰ ਮੱਖਣ ਚੋਂ ਵਾਲ ਵਾਂਗੂ ਬਾਹਰ ਕੱਢਤਾ। ਮੈਂ ਸੋਚਾਂ ਇਹ ਜੱਗੋਂ ਤੇਰਵੀਂ ਕਿਉਂ। ਪਰ ਹੁਣ ਈਡੀ ਦੀ ਚਾਰਜ ਸ਼ੀਟ ਦੱਸਦੀ ਹੈ ਕਿ ਪ੍ਰਤੀਸ਼ਤਤਾ ਦੇ ਨਜ਼ਰੀਏ ਤੋਂ ਜਦੋਂ ਕਿਧਰੇ ਹਿੱਸਾ ਨਾ ਮਿਲੇ, ਬਾਂਹ ਮਰੋੜਨ ਲਈ ਦੂਜੀ ਸਟੇਟ ਤੱਕ ਵੀ ਜਾਇਆ ਜਾ ਸਕਦਾ ਹੈ, ਬਸ਼ਰਤੇ ਕਿ ਦੂਜੀ ਸਟੇਟ 'ਚ ਰਾਜ ਆਪਣਾ ਹੋਵੇ। ਇੱਕ ਲਫ਼ਜ਼ ਆਪਣੇ ਕੋਲੋਂ ਨਹੀਂ ਕਵਾਂਗੇ। ਈਡੀ ਚਾਰਜ ਸ਼ੀਟ ਦਾਇਰ ਕਰਦੀ ਆ ਦਿੱਲੀ ਦੇ ਐਕਸਾਈਜ਼ ਪਾਲਿਸੀ ਦੇ ਨਜ਼ਰੀਏ ਤੋਂ ਦੂਜੀ ਚਾਰਜ ਸ਼ੀਟ, ਤੇ ਜੇਕਰ ਪੰਜਾਬ ਦਾ ਹੋਈ ਜਾਂਦਾ ਉਨੀ ਦਿਨੀ ਜਦੋਂ ਈਡੀ ਦੀਆਂ ਰੇਡਸ ਇੱਥੇ 2 ਅਧਿਕਾਰੀਆਂ ਤੇ ਹੋਈਆਂ, ਸੁੰਨ ਪਸਰ ਗਈ, ਚੁੱਪ ਵਰਤ ਗਈ, ਕਿਸੇ ਨੇ ਲਫ਼ਜ਼ ਨਹੀਂ ਕਿਹਾ ਸਰਕਾਰੀ ਧਿਰ ਵੱਲੋਂ। ਹੁਣ ਪਤਾ ਲੱਗਿਆ ਮਾਮਲਾ ਕੀ ਹੈ। ਇਹਨੂੰ ਅਸੀਂ ਆਖਰੀ ਲਫ਼ਜ਼ ਨਹੀਂ ਕਹਿੰਦੇ। ਈਡੀ ਹੁਣ ਤੱਕ ਕਦੇ ਵੀ ਲੌਜੀਕਲ ਐਂਡ ਤੱਕ ਕੇਸ ਪਹੁੰਚਾ ਨਹੀਂ ਸਕੀ। ਅਸੀਂ ਕਿਸੇ ਨੂੰ ਦੋਸ਼ੀ ਨਹੀਂ ਕਹਿੰਦੇ। ਚਾਰਜ ਸ਼ੀਟ ਦੀ ਇਬਾਰਤ ਦੇ ਨਾਲ ਤੁਰਾਂਗੇ। ਵੈਸੇ ਕੱਲ ਇੰਦਰਪ੍ਰੀਤ ਜੀ ਉਸ ਮੀਟਿੰਗ ਦੇ ਬਾਹਰਲੇ ਬੰਨੇ ਕਨਸੋਆਂ ਜੀਆਂ ਲੈਂਦੇ ਸੀ ਜ਼ਹੀਨ ਸਹਾਫੀਆਂ ਦੇ ਨਾਲ, ਜਿਹੜੇ ਚੰਡੀਗੜ੍ਹ ਦੇ ਗਲਿਆਰੇ ਸੱਤਾ ਦੇ ਉਹਨਾਂ ਦਾ ਭ੍ਰਮਣ ਕਰਦੇ ਰਹਿੰਦੇ ਆ। ਮਾਮਲਾ ਸੀ ਈ ਗਵਰਨੈਂਸ ਸੁਸਾਇਟੀ ਦੀ ਮੀਟਿੰਗ ਦਾ। ਐਵੇਂ ਬਹਾਨਾ ਸੀ, ਜੰਜੂਆ ਸਾਹਿਬ ਨੇ ਚਾਹ ਚੂ ਪਿਉਣੀ ਸੀ ਆਪਣੇ ਕੁਲੀਗਸ ਨੂੰ, ਹੋਰ ਕੀ ਆ, ਸਾਨੂੰ ਕਿਹੜੀ ਕਦੇ ਉਹਨਾਂ ਪਿਆਈ ਨਾ ਪਿਉਣੀ ਲੱਗਦਾ। ਪਰ ਸਵਾਲ ਇਹ ਆ ਕਿ ਨਵਲ ਅਗਰਵਾਲ ਦੀ ਨਿਯੁਕਤੀ ਜਿਹੜੀ ਮੁੱਖ ਮੰਤਰੀ ਦੇ ਦਫ਼ਤਰ ਚੋਂ ਰੁਕੀ, ਕੈਬਨਿਟ ਚੋਂ ਮੁੜੀ ਤੇ ਈ ਗਵਰਨੈਂਸ ਸੁਸਾਇਟੀ ਦੀਆਂ ਸਰਦਲਾਂ ਚੜ ਗਈ, ਪੌੜੀਆਂ ਚੜ ਗਈ। ਹੁਣ ਵੇਖਣ ਵਾਲੀ ਗੱਲ ਆ ਵੀ ਅਸੀਂ ਤਿੰਨੇ ਜਿਹੜੇ ਇੱਥੇ ਬੈਠੇ ਆ, ਆਪਾਂ ਵੀ ਕੰਸਲਟੈਂਟ ਵਜੋਂ ਉਮੀਦਵਾਰ ਆ, ਅਪਲਾਈ ਕਰਨਾ। ਇਸ਼ਤਿਹਾਰ ਕਿਸ ਦਿਨ ਆਉਂਦਾ, ਉਹਦੀ ਕਿਸ ਤਰ੍ਹਾਂ ਦੀ ਇਬਾਰਤ ਹੁੰਦੀ ਆ, ਉਡੀਕਾਂਗੇ ਕਿਹੜੀਆਂ ਸ਼ਰਤਾਂ ਤਹਿਤ, ਕਿਉਂਕਿ ਸਲਾਹ ਤੇ ਆਪਾਂ ਵੀ ਦੇ ਹੀ ਸਕਦੇ ਆ। ਅੱਜ ਕੈਮਰੇ ਤੇ ਤਿੰਨੇ, ਕੱਲ ਨੂੰ ਸਾਨੂੰ ਸੱਦ ਕੇ ਲੈ ਲਓ। ਜੇ 1.5 ਲੱਖ ਦੇਣਾ, ਭਾਸਕਰ ਸਾਹਿਬ ਹੌਲੀ ਜੀ ਮੈਨੂੰ ਕਹਿੰਦੇ ਸੀ, ਪਰ ਉਹਨਾਂ ਨੂੰ ਕਹੋ ਵੀ ਅਸੀਂ ਅਪਲਾਈ ਕਰਨ ਤੋਂ ਪਹਿਲਾਂ ਗੱਡੀਆਂ ਕੋਠੀਆਂ ਵਰਤ ਕੇ ਵੇਖਣਾ ਚਾਹੁੰਦੇ। ਚਲੋ ਐਨੀ ਹੋ, ਅੱਗੇ ਚੱਲਦੇ। ਪ੍ਰਨੀਤ ਕੌਰ ਨੇ ਕਾਂਗਰਸੀਆਂ ਨੂੰ ਸਮਝਿਆ ਹੀ ਕੱਖ ਨਹੀਂ। ਸਾਲਾਂ ਤੱਕ ਉਹ ਜਿਸ ਰਜੀਮ ਦੇ ਵਿੱਚੋਂ ਸੱਤਾ ਸੰਭਾਲੀ ਤੇ ਹੰਢਾਈ, ਜਿਨ੍ਹਾਂ ਦੇ ਨਾਲ ਤੁਰਦਿਆਂ ਸਾਰੇ ਪੰਜਾਬ ਤੇ ਸਰਦਾਰੀ ਕੀਤੀ, ਉਹਨਾਂ ਨੂੰ ਕਹਿੰਦੇ ਜਾਓ ਜੋ ਕਰਨਾ ਕਰ ਲਓ, ਤੁਹਾਡੀ ਮਰਜ਼ੀ, ਮੈਂ ਨਹੀਂ ਮੰਨਦੀ ਤੁਹਾਨੂੰ। ਨਾਲੇ ਉਹ ਕੌਣ ਜਿਹੜੇ ਮੈਨੂੰ ਚਿੱਠੀਆਂ ਭੇਜਦੇ ਆ, 20 ਸਾਲ ਤੇ ਕਾਂਗਰਸ ਦਾ ਵਿਰੋਧ ਕਰਦੇ ਰਹੇ, ਆਏ ਮੈਨੂੰ ਅਨੁਸ਼ਾਸਨ ਦਾ ਪਾਠ ਪੜਾਉਣ। ਪਰ ਆਹ ਮਾੜੀ ਕੀਤੀ ਜਾਖੜ ਸਾਹਿਬ ਨੇ, ਬਹੁਤੀ ਮਾੜੀ ਕੀਤੀ। ਮਨੀਸ਼ ਤਿਵਾੜੀ ਦੇ ਉੱਤੇ ਐਵੇਂ ਹਮਲਾ ਬੋਲ ਤੱਕ ਕੀ ਹੋਇਆ। ਕਦੇ ਕਦੇ ਸਿਆਣਪ ਸਾਡੇ ਵਾਂਗ ਬਾਹਰ ਆ ਹੀ ਜਾਂਦੀ ਆ, ਭਾਵੇਂ ਕਿਧਰੇ ਕੋਈ ਲੇਖ ਲਿਖ ਕੇ ਆ ਜੇ ਤੇ ਭਾਵੇਂ ਏਦਾਂ ਕੋਈ ਤੋੜਾ ਝਾੜ ਕੇ। ਆਪਾਂ ਗੱਲ ਬਹੁਤ ਹੀ ਨਹੀਂ ਕਰਨੀ, ਗੱਲ ਤਾਂ ਇਹ ਸਾਡੇ ਪੈਨਲਿਸਟ ਜ਼ਰੂਰ ਕਰ ਲੈਣਗੇ। ਤੇ ਬੀਜੇਪੀ ਨੇ ਗਵਰਨਰ ਸਾਹਿਬ ਦੀ ਉਸ ਗੱਲ ਨੂੰ ਹੁਣ ਅੱਗੇ ਵਧਾਤਾ। ਉਹ ਲੱਗੇ ਆ ਨਸ਼ੇ ਦੇ ਖਿਲਾਫ ਪੂਰੇ ਪੰਜਾਬ 'ਚ ਘੁੰਮਣ ਫਿਰਨ। ਬੀਜੇਪੀ ਵਾਲਿਆਂ ਨੂੰ ਪਤਾ ਹੈ ਕਿ ਨਸ਼ਾ ਪੰਜਾਬ 'ਚ ਬਹੁਤ ਆ, ਪੰਜਾਬ ਦੇ ਮੁੱਖ ਮੰਤਰੀ ਨੂੰ ਜਮਾ ਪਤਾ ਨਹੀਂ। ਇਹ ਦੱਸਣਗੇ। ਉਂਝ ਗਵਰਨਰ ਸਾਹਿਬ ਨੇ ਦੱਸ ਤਾਂ ਦਿੱਤਾ ਸੀ। ਮੁੜਦਾ ਮੈਂ ਵਾਪਸ, ਮੈਂ ਸਭ ਤੋਂ ਪਹਿਲਾਂ ਮੈਨੂੰ ਫੈਸਲਾ ਤੁਸੀਂ ਦੋਨੇ ਕਰਕੇ ਦੱਸੋ ਕਿ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਮਾਮਲੇ 'ਚ ਈਡੀ ਵੱਲੋਂ ਪੇਸ਼ ਕੀਤੀ ਗਈ ਦੂਜੀ ਚਾਰਜ ਸ਼ੀਟ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਨਾਂ ਕਿਉਂ ਆਉਂਦਾ ਹੈ। 2 ਡਿਸਟਿਲਰੀਜ਼ ਨੂੰ ਬੰਦ ਕਰਤਾ ਗਿਆ, ਫਿਰ ਚਲਾਤਾ ਗਿਆ। ਇਹ ਈਡੀ ਦੀ ਚਾਰਜ ਸ਼ੀਟ ਕਹਿੰਦੀ ਆ ਇੱਥੇ 2 ਅਧਿਕਾਰੀਆਂ ਤੇ ਰੇਡ ਹੁੰਦੀ ਆ, ਰੌਲੇ ਇਹ ਪੈਂਦੇ ਰਹੇ, ਪਾਲਿਸੀ ਉਹਨਾਂ ਦੀ, ਰੇਡ ਸਾਡੇ ਅਧਿਕਾਰੀਆਂ ਤੇ। ਮਾਜਰਾ ਕੀ ਮਾਜਰਾ ਸਮਝਾਓ। ਇੰਦਰਪ੍ਰੀਤ ਦੀ ਗੱਲ ਤੋਰੋ ਜਰਾ। ਅਸਲ 'ਚ ਦੇਖੋ, ਬਿਲਕੁਲ ਰੰਧਾਵਾ ਸਾਹਿਬ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਇਹ ਪੰਜਾਬ ਦੇ ਉੱਤੇ ਰੇਡ ਹੋਈ ਸੀਗੀ, ਪੰਜਾਬ ਦੇ ਅਧਿਕਾਰੀਆਂ ਦੇ ਉੱਤੇ, ਚਾਹੇ ਉਹ ਵਰੁਣ ਰੁੰਝੁਨਮੁਨ ਕਮਿਸ਼ਨਰ ਜਿਹੜੇ ਐਕਸਾਈਜ਼ ਹੈਗੇ ਆ, ਔਰ ਜਾਂ ਫਿਰ ਨਰੇਸ਼ ਦੂਬੇ ਹੁਣ ਜਿਹੜੇ ਜੁਆਇੰਟ ਕਮਿਸ਼ਨਰ ਹੈਗੇ ਆ, ਉਹਨਾਂ ਦੇ ਘਰਾਂ 'ਚ ਜਦੋਂ ਰੇਡ ਹੋਈ ਤਾਂ ਇਹ ਗੱਲ ਬਹੁਤ ਪੰਜਾਬ ਦੇ ਹਲਕਿਆਂ 'ਚ ਬਹੁਤ ਤੇਜ਼ੀ ਨਾਲ ਉੱਭਰੀ ਕਿ ਪੰਜਾਬ ਦੇ ਵਿੱਚ ਕਿਉਂ ਹੋ ਰਹੀ ਹੈ। ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਬਕਾਇਦਾ ਕੈਬਨਿਟ ਨੇ ਅਪਰੂਵਲ ਦਿੱਤੀ ਹੈਗੀ ਹੈ। ਜਦੋਂ ਕੈਬਨਿਟ ਦੀ ਅਪਰੂਵਲ ਹੋ ਜਾਂਦੀ ਹੈ ਤਾਂ ਫਿਰ ਸਾਂਝੀ ਹੋ ਜਾਂਦੀ ਹੈ। ਤੇ ਇਸ 'ਚ ਪੰਜਾਬ ਨੇ ਕੀ ਲੈਣਾ ਦੇਣਾ। ਜਿਹੜੀ ਦਿੱਲੀ ਦੀ ਐਕਸਾਈਜ਼ ਪਾਲਿਸੀ ਹੈ, ਜਿਹੜੀ ਪਰ ਅੱਜ ਚਾਰਜ ਸ਼ੀਟ ਬਾਰੇ ਜੋ ਅਖਬਾਰਾਂ 'ਚ ਖਬਰਾਂ ਲੱਗੀਆਂ, ਜਿਹੜੀ ਦੂਜੀ ਚਾਰਜ ਸ਼ੀਟ ਜਾਰੀ ਹੋਈ ਹੈ ਈਡੀ ਦੀ, ਉਸ ਤੋਂ ਇਹ ਲੱਗਦਾ ਹੈ ਕਿ ਬਈ ਵਾਕਈ ਪੰਜਾਬ ਦਾ ਇਹਦੇ ਵਿੱਚ ਲੈਣਾ ਦੇਣਾ ਹੈਗਾ। ਕਿਸ ਤਰ੍ਹਾਂ ਮਤਲਬ ਲਿਕਰ ਦੇ ਕਾਰੋਬਾਰੀ ਨੇ, ਉਹਨਾਂ ਨੂੰ ਕਿਸ ਤਰ੍ਹਾਂ
ਆਰਮ ਟਵਿਸਟਿੰਗ ਕੀਤੀ ਜਾ ਰਹੀ ਹੈ। ਮਤਲਬ ਇਹ ਇਸ ਤੋਂ ਜ਼ਾਹਿਰ ਹੁੰਦਾ, ਜੋ ਬੜੀ ਚਿੰਤਾਜਨਕ ਗੱਲ ਵੀ ਹੈ। ਪਰ ਕਿਉਂਕਿ ਹਜੇ ਮੈਨੂੰ ਲੱਗ ਰਿਹਾ ਕਿ ਵਨ ਸਾਈਡਡ ਹੈ, ਅਜੇ ਸਿਰਫ ਚਾਰਜ ਸ਼ੀਟ ਉਹਨਾਂ ਵੱਲੋਂ ਹੀ ਆਈ ਹੈ। ਸਰਕਾਰ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਜਿਨ੍ਹਾਂ ਤੇ ਲੱਗੀ ਹੈ ਆਰੋਪ, ਉਹਨਾਂ ਦਾ ਹਜੇ ਜਵਾਬ ਆਣਾ ਬਾਕੀ ਹੈ। ਦੇਖੋ, ਜਦੋਂ ਕੇਸ ਕਨਕਲੂਜਨ ਤੇ ਪਹੁੰਚੂਗਾ ਤਾਂ ਕੀ ਕੁਝ ਨਿਕਲਦਾ ਹੈ, ਇਹ ਤਾਂ ਹੋਊਗਾ ਹੀ। ਪਰ ਜਿਸ ਤਰ੍ਹਾਂ ਦੀ ਚਾਰਜ ਸ਼ੀਟ ਹੈ, ਤੁਸੀਂ ਉਹਨੂੰ ਪੜ੍ਹੋ, ਉਹ ਦੇਖੋ ਕਿੰਨੀ ਸੰਗੀਨ ਹੈ। ਮਤਲਬ ਕਿਸ ਤਰ੍ਹਾਂ ਤੁਸੀਂ ਡਿਸਟਿਲਰੀਆਂ ਬੰਦ ਕਰਕੇ ਉੱਥੇ ਜਿਹੜਾ ਦਿੱਲੀ ਦਾ ਕਾਰੋਬਾਰ ਹੈ ਉਹਨੂੰ ਕਿਸ ਤਰ੍ਹਾਂ ਹੈਂਡਲ ਕੀਤਾ। ਮਤਲਬ ਕਿ ਚਾਹੇ ਉਹ ਤੁਹਾਡੀਆਂ ਹਿੱਸੇਦਾਰੀਆਂ ਹੋਣ, ਚਾਹੇ ਕੋਈ ਹੋਰ ਕੁਝ ਹੋਵੇ, ਉਹਨੂੰ ਕਿਸ ਤਰ੍ਹਾਂ ਹੈਂਡਲ ਕੀਤਾ ਹੈ। ਹੋ ਸਕਦਾ ਇਹ ਵੀ ਕਿ ਜਿਹੜੇ ਤੁਹਾਡੇ ਨੇੜਲੇ ਕਾਰੋਬਾਰੀ ਹੈ ਉਹਨਾਂ ਨੂੰ ਉੱਥੇ ਜਗ੍ਹਾ ਦੇਣ ਵਾਸਤੇ ਜਿਹੜੇ ਪਹਿਲਾਂ ਤੋਂ ਕਾਰੋਬਾਰ ਕਰ ਰਹੇ ਹੈ ਉਹਨਾਂ ਨੂੰ ਹਟਾਇਆ ਗਿਆ ਵੀ ਹੋਵੇ। ਇਹ ਵੀ ਸੰਭਵ ਹੈਗਾ। ਇਹਦੇ ਚ ਮੈਂ ਦੋ ਚੀਜ਼ਾਂ ਐਡ ਕਰਾਂ, ਜਿਸ ਦਿਨ ਐਕਸਾਈਜ਼ ਪਾਲਿਸੀ ਦਾ ਰੌਲਾ ਪੰਜਾਬ ਦੇ ਨਜ਼ਰੀਏ ਤੋਂ ਪੈ ਰਿਹਾ ਸੀਗਾ, ਹੋਂਦ ਚ ਆਉਣੀ ਸੀ, ਮਨਜਿੰਦਰ ਸਿਰਸਾ ਇੱਕ ਪ੍ਰੈਸ ਕਾਨਫਰੰਸ ਕਰਦੇ ਆ। ਉਹ ਕਹਿੰਦੇ ਕਿ ਜਿਹੜੀ ਦਿੱਲੀ ਦੀ ਪਾਲਿਸੀ ਆ ਇਹਦੇ ਵਿੱਚ L1 ਦੇ ਲਾਇਸੈਂਸ ਦਿੱਤੇ ਗਏ ਨੇ, 12% ਪ੍ਰੋਫਿਟ ਤੇ ਦਿੱਤੇ ਗਏ ਆ ਕਿ ਉਹਨਾਂ ਦਾ ਮਾਰਜਨ 12% ਰੱਖਿਆ ਗਿਆ। ਕਿਸੇ ਵੀ ਐਸੇ ਟ੍ਰੇਡਰ ਨੂੰ ਜਿਹਨੇ L1 ਲਾਇਸੈਂਸ ਆਪਰੇਟ ਕਰਨਾ, ਉਹਨੂੰ 12% ਦਾ ਪ੍ਰੋਫਿਟ ਦਿੱਤਾ ਗਿਆ ਸਿੱਧਾ ਸਿੱਧਾ। ਉਹਨੇ ਕਿਹਾ ਸੀ ਵੀ ਇਹ 12% ਆਮ ਆਦਮੀ ਪਾਰਟੀ ਦੀਆਂ ਇਲੈਕਸ਼ਨਾਂ ਲੜਨ ਲਈ ਦਿੱਤਾ, ਇਹ 12% ਦੇ ਵਿੱਚੋਂ ਹਿੱਸਾ ਪਾਰਟੀ ਨੂੰ ਮਿਲਣਾ ਇਲੈਕਸ਼ਨਾਂ ਲੜਨ ਲਈ ਪੈਸੇ ਦੇ ਰੂਪ 'ਚ। ਹੁਣ ਇਹ ਦੇਖੋ, ਸੇਮ ਪੇਜ ਤੇ ਗੱਲ ਲੱਗਦੀ ਹੈ ਕਿ ਈਡੀ ਦੀ ਚਾਰਜ ਸ਼ੀਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਦਿੱਲੀ ਦੇ ਵਿੱਚ ਜਿਨ੍ਹਾਂ ਨੂੰ L1 ਲਾਇਸੈਂਸ ਦਿੱਤੇ ਗਏ ਉਹਨਾਂ ਕੋਲੋਂ 6% ਪੈਸੇ ਲਏ ਜਾਣੇ ਸੀ। ਇਹਨੂੰ ਤੁਸੀਂ ਕੀ ਕਹੋਗੇ? ਇਹਨੂੰ ਕਹੋਗੇ ਹਿੱਸਾ ਪੱਤੀ। ਸਾਡੇ ਪੰਜਾਬ 'ਚ ਰਿਸ਼ਵਤ ਕਹਿ ਲੋਗੇ, ਕਰਪਸ਼ਨ ਕਹਿ ਲੋਗੇ, ਜੋ ਮਰਜ਼ੀ ਕਹਿ ਲੋਗੇ, ਪਰ ਜਿਨ੍ਹਾਂ ਨੂੰ 12% ਪ੍ਰੋਫਿਟ ਦਿੱਤਾ ਗਿਆ ਉਹਨਾਂ ਕੋਲ 6% ਟੇਬਲ ਥੱਲਿਓਂ ਦੀ ਵਾਪਸ ਲਿਆ ਜਾਣਾ ਸੀਗਾ। ਔਰ ਇਹ ਵਿਜੇ ਨਾਇਰ ਦਾ ਜ਼ਿਕਰ ਹੋਇਆ, ਇਹਦੇ ਵਿੱਚ ਅਮਿਤ ਅਰੋੜਾ ਦਾ ਜ਼ਿਕਰ ਹੋਇਆ। ਸਵਾਲ ਇਸ ਗੱਲ ਦੀ ਹੋਈ ਕਿ ਦਿੱਲੀ ਦੇ ਵਿੱਚ ਜਦੋਂ ਮਹਾਦੇਵ ਡਿਸਟਿਲਰੀਜ਼ ਜਾਂ ਉਹਨਾਂ ਦੀ ਜਿਹੜੀ ਏਜੰਸੀ ਹੈ, ਜਿਹੜੀ ਉੱਥੇ ਲਿਕਰ ਟ੍ਰੇਡ ਹੈਗਾ ਮਾਮਲੇ 'ਚ ਪਏ ਲੋਕ, ਉਹਨਾਂ ਕੋਲੋਂ ਜਦੋਂ 6% ਮੰਗਿਆ ਗਿਆ, ਉਹਨਾਂ ਆਪਣਾ ਹਿੱਸਾ ਸਮੇਂ ਸਿਰ ਨਹੀਂ ਦਿੱਤਾ। ਉਹਨਾਂ ਦੀਆਂ ਪੰਜਾਬ 'ਚ 2 ਡਿਸਟਿਲਰੀਜ਼ ਨੂੰ ਬੰਦ ਕਰਤਾ ਗਿਆ। ਔਰ ਉਸ ਤੋਂ ਬਾਅਦ ਜਦੋਂ ਉਹ ਪੰਜਾਬ 'ਚ ਏਡਾ ਵੱਡਾ ਉਹਨਾਂ ਨੂੰ ਸੇਕ ਲੱਗ ਗਿਆ ਤੇ ਫਿਰ ਦਿੱਲੀ ਦੇ ਵਿੱਚ ਉਹਨਾਂ ਨੂੰ ਨੈਗੋਸੀਏਸ਼ਨ ਕਰਨੀ ਪਈ। ਇਹਦੀ ਡਿਟੇਲ ਇੱਕ ਵਾਰੀ ਸਾਰੀ ਦੇ ਦਿਓ, ਫਿਰ ਅੱਗੇ ਚੱਲਦੇ ਹਾਂ। ਬਿਲਕੁਲ, ਇਹ ਜਿਹੜੇ ਅਖਬਾਰ ਦੀ ਉਸ ਤੋਂ ਮਿਲੀ ਹੈ ਸੂਚਨਾ, ਉਹ ਈਡੀ ਦੀ ਜੋ ਵੀ ਜਾਣਕਾਰੀ ਹੈ ਹੀ ਹੈ, ਉਹਦੇ ਵਿੱਚ ਇਹੀ ਹੈਗਾ ਕਿ ਵੈਸੇ ਮੈਨੂੰ ਕਿਸੇ ਨੇ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਐਕਸਾਈਜ਼ ਪਾਲਿਸੀ ਬਣਦੀ ਹੈ ਉਸ ਤੋਂ ਉਹਦੇ ਵਿੱਚ ਹੀ ਤੈਅ ਹੋ ਜਾਂਦਾ ਹੈ ਜਿਹੜਾ ਪ੍ਰੋਫਿਟ L1 ਦਾ ਜਾਂ L2 ਦਾ ਜੋ ਵੀ ਪ੍ਰੋਫਿਟਸ ਨੇ ਉਹ ਪਹਿਲਾਂ ਤੋਂ ਇਨਕਲੂਡ ਹੀ ਹੁੰਦੇ ਆ। ਐਕਸਟਰਾ ਤਾਂ ਉਹਨਾਂ ਨੂੰ ਦੇਣ ਦੀ ਲੋੜ ਨਹੀਂ ਹੁੰਦੀ। ਪਰ ਇੱਥੇ ਐਕਸਟਰਾ ਜਦੋਂ ਦਿੱਤਾ ਗਿਆ ਤਾਂ ਹੀ ਇਹ ਗੱਲ ਬਾਹਰ ਆਈ ਕਿ ਇਹ ਜਿਹੜਾ ਹੈਗਾ ਇਹ ਪੋਲੀਟੀਕਲ ਪਾਰਟੀਆਂ ਨੂੰ ਅੰਡਰਹੈਂਡ ਦਿੱਤਾ ਜਾਣਾ ਹੈ। ਤਾਂ ਹੁਣ ਉਸ ਤੋਂ ਬਾਅਦ ਜਦੋਂ ਇਹ ਨਹੀਂ ਮਿਲਿਆ ਜਾਂ ਪੂਰਾ ਨਹੀਂ ਮਿਲਿਆ ਤਾਂ ਫਿਰ ਉਹਨਾਂ ਨੇ, ਕਿਉਂਕਿ ਦਿੱਲੀ 'ਚ ਤਾਂ ਇਸ ਤਰ੍ਹਾਂ ਦਾ ਹੈ ਨਹੀਂ ਸੀ ਉਹਨਾਂ ਕੋਲੇ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਦੀ। ਇਨ ਬਿਟਵੀਨ ਹੀ ਮਾਰਚ ਦੇ ਵਿੱਚ ਪੰਜਾਬ 'ਚ ਸਰਕਾਰ ਬਣ ਗਈ ਔਰ ਮਈ ਦੇ ਵਿੱਚ ਹੀ ਇਹ ਆਰਮ ਟਵਿਸਟਿੰਗ ਕਰਨੀ ਸ਼ੁਰੂ ਕਰਤੀ ਜਦੋਂ ਉਹਨਾਂ ਦੇ ਇੱਥੇ 2 ਉਹਨਾਂ ਦੀ ਡਿਸਟਿਲਰੀਜ਼ ਨੂੰ 25 ਦਿਨ ਵਾਸਤੇ ਬੰਦ ਕਰਤਾ। ਤੇ ਹੁਣ ਸਭ ਕੁਝ ਕਹਿਣਾ ਚਾਹੁੰਦੇ, ਇਹਨਾਂ ਨੂੰ ਲੈ ਲਈਏ ਨਾਲ, ਫਿਰ ਅੱਗੇ ਚੱਲਦੇ ਹਾਂ ਜੀ। ਹਾਂਜੀ ਹਾਂਜੀ, ਦੇਖੋ ਰੰਧਾਵਾ ਜੀ, ਇਹ ਸਾਰਾ ਖੇਡ ਹੈਗਾ ਹਿੱਸਾ ਪੱਤੀ ਦਾ, ਔਰ ਇਹ ਗੱਲ ਸ਼ੁਰੂ ਵੀ ਉੱਥੋਂ ਹੋਈ ਹੈ ਤੇ ਖਤਮ ਵੀ ਉੱਥੋਂ ਹੋਈ ਹੈ। ਈ ਚਾਰਜ ਸ਼ੀਟ ਦੇ ਹਿਸਾਬ ਨਾਲ ਮਹਾਦੇਵ ਲਿਕਰ ਜਿਹਨੂੰ L1 ਲਾਇਸੈਂਸ ਮਿਲਿਆ ਸੀਗਾ ਦਿੱਲੀ ਦੇ ਵਿੱਚ, ਔਰ ਉਹ 4 ਸ਼ਰਾਬ ਦੀ ਫੈਕਟਰੀਆਂ ਦਾ ਹੋਲਸੇਲ ਬਿਜ਼ਨਸ ਕਰਦੀ। ਦਿੱਕਤ ਕੀ ਆਈ ਵੀ 12% ਜਦ ਹੋਲਸੇਲ ਦਾ ਪ੍ਰੋਫਿਟ ਜਾਂ ਮਾਰਜਨ ਦਿੱਤਾ ਗਿਆ ਸੀ, ਉਸ ਟਾਈਮ ਭਾਵੇਂ ਸਿਰਸਾ ਸਾਹਿਬ ਹੋਣ ਜਾਂ ਹੋਰ ਵੀ ਕਈ ਇਸ ਤਰ੍ਹਾਂ ਦੇ ਆਗੂ ਜਿਨ੍ਹਾਂ ਨੇ ਇਹ ਕਿਹਾ ਸੀ ਕਿ 12% ਬਹੁਤ ਜ਼ਿਆਦਾ ਹੈ, 12% ਪ੍ਰੋਫਿਟ ਦੇਣ ਦੀ ਲੋੜ ਕੀ ਹੈ। ਫਿਰ ਇਹ ਜਿਹੜੀ ਈਡੀ ਦੀ ਚਾਰਜ ਸ਼ੀਟ ਦੇ ਵਿੱਚ ਕਿਹਾ ਗਿਆ ਹੈ ਕਿ 6% ਟੇਬਲ ਦੇ ਥੱਲੋਂ ਵਾਪਸ ਵੀ ਲੈਣਾ ਸੀਗਾ, ਔਰ ਉਹ ਵਾਪਸ ਨਹੀਂ ਦਿੱਤਾ। ਤਾਂ ਕਰਕੇ ਵਿਜੇ ਨਾਇਰ ਉਹਨਾਂ ਨੂੰ ਗੁੱਸਾ ਚੜਿਆ ਕਿ ਵੀ ਇਹ ਕੀ ਚੱਕਰ ਹੈਗਾ, ਜਿਹੜੀ ਸੈਟਿੰਗ ਪਹਿਲੇ ਹੋਈ ਸੀ ਉਹ ਦੇ ਨਹੀਂ ਰਿਹਾ। ਮਹਾਦੇਵ ਲਿਕਰ ਨੂੰ ਪੰਜਾਬ ਦੇ ਵਿੱਚ ਸਰਕਾਰ ਆਉਣ ਤੋਂ ਬਾਅਦ ਮਾਰਚ ਦੇ ਮਹੀਨੇ ਦੇ ਵਿੱਚ ਸਰਕਾਰ ਬਣਦੀ ਹੈ ਔਰ 28 ਅਪ੍ਰੈਲ ਨੂੰ 2 ਡਿਸਟਿਲਰੀਆਂ ਮਹਾਦੇਵ ਲਿਕਰ ਦੀਆਂ ਉਹ ਬੰਦ ਕਰ ਦਿੱਤੀਆਂ ਜਾਂਦੀਆਂ। ਤੁਸੀਂ ਕਿਹਾ ਲਿਖਿਤ ਨੋਟਿਸ ਦੇ ਕੇ ਵੀ ਨਹੀਂ ਬੰਦ ਕੀਤੀਆਂ ਜਾਂਦੀਆਂ, ਓਵਰਆਲ ਆਰਡਰ ਤੇ ਹੀ ਬੰਦ ਕਰ ਦਿੱਤੀਆਂ ਜਾਂਦੀਆਂ। ਔਰ ਇਹ ਕਿਹਾ ਜਾਂਦਾ ਹੈ ਵੀ ਮਿਲੋ ਨਰੇਸ਼ ਦੂਬੇ, ਉਹਨਾਂ ਨੂੰ ਮਿਲਿਆ ਜਾਂਦਾ ਤੇ ਉਹਨਾਂ ਨੂੰ ਇੰਸਟਰਕਸ਼ਨ ਦਿੱਤੀ ਜਾਂਦੀ ਹੈ। ਇਹ ਈਡੀ ਦੀ ਚਾਰਜ ਸ਼ੀਟ ਦੇ ਹਿਸਾਬ ਨਾਲ ਹੀ ਅਸੀਂ ਕਹਿ ਰਹੇ ਹਾਂ ਕਿ ਵੀ ਤੁਸੀਂ ਜਿਹੜਾ ਦਿੱਲੀ ਵਾਲਾ ਲਿਕਰ ਲਾਇਸੈਂਸ ਹੁਣ ਰੱਦ ਕਰ ਦਿਓ, ਛੱਡ ਦਿਓ,
ਤੇ ਅੱਗੇ ਗੱਲ ਤੋਰੀ ਜਾ ਸਕਦੀ ਹੈ। ਔਰ ਜਿਹੜੀ 6% ਹੁਣ ਈਡੀ ਨੇ ਪਿਛਲੀ ਜਿਹੜੀ ਚਾਰਜ ਸ਼ੀਟ ਦੇ ਵਿੱਚ ਤੁਹਾਨੂੰ ਯਾਦ ਹੋਏਗਾ 100 ਕਰੋੜ ਦੀ ਗੱਲ ਕੀਤੀ ਸੀ ਵੀ 100 ਕਰੋੜ ਰੁਪਏ ਗੋਆ ਦੇ ਇਲੈਕਸ਼ਨ ਤੇ ਗੁਜਰਾਤ ਦੇ ਇਲੈਕਸ਼ਨ ਵਾਸਤੇ ਇੱਕ ਕਿਕ ਬੈਕ ਹਵਾਲਾ ਦੇ ਜ਼ਰੀਏ ਉੱਥੇ ਪਹੁੰਚਾਈ ਗਈ। ਔਰ ਉਹਦੇ ਵਿੱਚ ਵੀ ਵਿਜੇ ਨਾਇਰ ਦਾ ਨਾਂ ਆ ਰਿਹਾ ਸੀ, ਜਿਨ੍ਹਾਂ ਦੇ ਬਾਰੇ 'ਚ ਇੱਕ WhatsApp ਕਥਿਤ ਤੌਰ ਤੇ ਜਿਹੜੀ WhatsApp ਜਾਂ Facebook ਟਾਈਮ ਜਿਹੜੀ ਚੈਟ ਹੈ ਉਹਦੇ ਵਿੱਚ ਕੇਜਰੀਵਾਲ ਉਹਨਾਂ ਕਹਿੰਦੇ ਨੇ ਕਿ ਮੇਰਾ ਬੱਚਾ ਹੈਗਾ ਜੋ ਕਹਿੰਦਾ ਕਰ ਦੋ। ਉਸ ਗੱਲ ਨੂੰ ਹੀ ਅੱਗੇ ਤੋੜਦੇ ਹੋਏ ਉਸ ਬੱਚੇ ਨੂੰ 6% ਨਹੀਂ ਮਿਲੇ ਤੇ ਗੱਲ ਇੱਥੇ ਤੱਕ ਪਹੁੰਚ ਗਈ। ਹੁਣ ਪੰਜਾਬ ਦੇ ਵਿੱਚ ਆਪਣੀ ਸਰਕਾਰ ਆ ਗਈ, ਪੰਜਾਬ ਦੀ ਸਰਕਾਰ ਨੇ 2 ਡਿਸਟਿਲਰੀਆਂ ਬੰਦ ਕੀਤੀ ਔਰ ਉਸ ਤੋਂ ਬਾਅਦ ਉਹ ਖੋਲੀ ਕਿਨਾਂ ਸ਼ਰਤਾਂ ਦੇ ਉੱਤੇ, ਜਦ ਮਹਾਦੇਵ ਲਿਕਰ ਨੇ ਆਪਣਾ ਹੋਲਸੇਲ ਦਾ ਜਿਹੜਾ ਲਾਇਸੈਂਸ ਹੈ ਉਹ ਸਰੈਂਡਰ ਕਰਤਾ ਬਕਾਇਦਾ ਈਮੇਲ ਭੇਜ ਕੇ। ਔਰ ਇਹਦੇ ਵਿੱਚ ਅਮਿਤ ਅਰੋੜਾ ਉਹਨਾਂ ਦਾ ਨਾਂ ਆ ਰਿਹਾ। ਅਮਿਤ ਅਰੋੜਾ ਔਰ ਦਿਨੇਸ਼ ਅਰੋੜਾ ਇਹ 2 ਨਾਮ ਨੇ ਜਿਹੜੇ ਈਡੀ ਦੀ ਜਿਹੜੀ CBI ਦੀ ਚਾਰਜ ਸ਼ੀਟ ਦੇ ਵਿੱਚ ਆਰੋਪੀ ਜਿਹੜੇ ਬਣਾਏ ਸੀ, ਉਹਨਾਂ ਵਿੱਚ ਇਹਨਾਂ ਦਾ ਵੀ ਨਾਂ ਸੀਗਾ। ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਕੁਝ ਮੂੰਹ ਖੋਲਿਆ ਔਰ ਉਹਦੇ ਵਿੱਚ ਵਿਜੇ ਨਾਇਰ ਜਿਸ ਤਰੀਕੇ ਨਾਲ ਕੰਮ ਕਰ ਰਹੇ ਸੀ ਔਰ ਫੈਸਲਾ ਇਹ ਡਿਸਟਿਲਰੀ ਖੋਲੀਆਂ ਕਿੱਦਾਂ ਜਾਂਦੀ ਹੈ ਬਾਅਦ ਚੋਂ, ਇਹਦਾ ਵੀ ਜ਼ਿਕਰ SED ਦੀ ਚਾਰਜ ਸ਼ੀਟ ਦੇ ਵਿੱਚ ਹੈਗਾ। ਉਹਨਾਂ ਨੂੰ ਬੁਲਾਇਆ ਜਾਂਦਾ ਵੀ ਹੋ ਗਿਆ, ਨਿਬੜ ਗਿਆ, ਤੁਹਾਡਾ ਰੱਦ ਕਰਤਾ ਲਾਇਸੈਂਸ, ਸਰੈਂਡਰ ਕਰਤਾ। ਕਹਿੰਦੇ ਜੀ ਕਰਤਾ। ਕਹਿੰਦੇ ਹੁਣ ਤੁਸੀਂ 51 ਲੱਖ ਰੁਪਏ CM ਰਿਲੀਫ ਫੰਡ ਦੇ ਵਿੱਚ ਦੇਣ ਦੀ ਗੱਲ ਕਰੋ, ਬਕਾਇਦਾ ਚੈੱਕ ਸਾਈਨ ਕਰੋ, ਉਸ ਤੋਂ ਬਾਅਦ ਅੱਗੇ ਤੁਹਾਡਾ ਸੋਚਦੇ ਆ। ਅਗਲਿਆਂ ਨੇ ਉਹ ਵੀ ਕਰਤਾ ਵੀ ਚਲੋ 51 ਲੱਖ ਰੁਪਏ ਪੰਜਾਬ ਦੇ CM ਰਿਲੀਫ ਫੰਡ ਤੇ ਦੇ ਦਿੱਤਾ। ਫਿਰ ਕਹਿੰਦੇ ਚੱਲ 25 ਲੱਖ ਰੁਪਇਆ ਤੁਹਾਡੇ ਤੇ ਪੈਨਲਟੀ ਵੀ ਲਾਈ ਜਾਂਦੀ ਹੈ ਤੇ ਚਲੋ ਹੁਣ ਅੱਗੇ ਕੀ ਕਰਨਾ ਹੈ। ਅੱਗੇ ਕੀ ਕਰਨਾ ਸੀਗਾ, ਜਿਹੜਾ ਮਰਿਆ ਪਿਆ ਹੁੰਦਾ ਉਹ ਕਹਿੰਦਾ ਵੀ ਕਿਸੇ ਵੀ ਤਰੀਕੇ ਨਾਲ ਇਸ ਜੱਬ ਤੋਂ ਜਾਨ ਛੁਡਾਓ। ਇਹਨਾਂ ਦੀ 92 MLA ਦੀ ਸਰਕਾਰ ਪੰਜਾਬ ਦੇ ਵਿੱਚ ਬਣ ਗਈ ਹੈ। ਜੇ ਸਾਡੀ ਡਿਸਟਿਲਰੀਆਂ ਇਦਾਂ ਹੀ ਬੰਦ ਕਰਤੀ ਗਈਆਂ ਤੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ। ਬਿਜ਼ਨਸਮੈਨ ਹਮੇਸ਼ਾ ਨਫਾ ਨੁਕਸਾਨ ਦੇਖਦਾ ਹੈ। ਜੀਰੇ ਵਾਲੀ ਫੈਕਟਰੀ ਨੂੰ ਵੀ ਲੈ ਕੇ ਇਹੀ ਗੱਲ ਹੋਈ। ਸ਼ੁਰੂ ਦੇ ਵਿੱਚ ਜੀਰੇ ਵਾਲੀ ਫੈਕਟਰੀ ਦੇ ਹੱਕ 'ਚ ਪੱਖ 'ਚ ਸਰਕਾਰ ਖੜੀ ਨਜ਼ਰ ਆਉਂਦੀ ਸੀ। ਇਹ ਤਾਂ ਬਾਅਦ ਚੋਂ ਇਹ ਫੈਸਲਾ ਲਿੱਤਾ ਹੈ, ਜਿਹੜਾ ਫੈਸਲਾ ਹਜੇ ਤੱਕ ਰਿਟਨ ਦੇ ਵਿੱਚ ਨਹੀਂ ਆਇਆ। ਪਰ ਹਾਂ, ਈਡੀ ਦੀ ਚਾਰਜ ਸ਼ੀਟ ਦੇ ਵਿੱਚ ਬੜੇ ਗੰਭੀਰ ਆਰੋਪ ਲਾਏ ਨੇ ਔਰ ਇਹਦੇ ਕੁਝ ਸਬੂਤ ਵੀ ਦਿੱਤੇ ਗਏ ਨੇ। ਨਰੇਸ਼ ਦੂਬੇ ਉਹਨਾਂ ਨੂੰ ਕਿਉਂ ਟ੍ਰਾਂਸਫਰ ਕੀਤਾ ਗਿਆ, ਉਹ ਵੀ ਇੰਨੇ ਸਾਲਾਂ ਤੋਂ ਬਾਅਦ। ਮੇਰੇ ਖਿਆਲ ਨਾਲ ਉਹਨਾਂ ਦੀ ਕੁਰਸੀ ਉਹ ਪੱਕੀ ਸੀਗੀ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀ ਸੀ ਪਰ ਉਹ ਆਪਣੀ ਸੀਟ ਦੇ ਉੱਤੇ ਪੱਕੇ ਸੀਗੇ, ਉਹਨਾਂ ਨੂੰ ਵੀ ਹਟਾਉਣਾ ਪਿਆ। ਹੁਣ ਪੰਜਾਬ ਕਨੈਕਸ਼ਨ, ਦਿੱਲੀ ਦੀ ਐਕਸਾਈਜ਼ ਪਾਲਿਸੀ, ਆ ਜਿਹੜਾ ਈਡੀ ਦੀ ਚਾਰਜ ਸ਼ੀਟ ਦੇ ਵਿੱਚ ਦਰ ਬਾਈ ਦਰ ਇੱਕ ਤਰੀਕੇ ਨਾਲ ਡਾਟ ਤੋਂ ਡਾਟ ਮਿਲਾ ਕੇ ਇਹ ਕਨੈਕਸ਼ਨ ਹੁਣ ਈਡੀ ਦੀ ਚਾਰਜ ਸ਼ੀਟ ਨੂੰ ਪੜ੍ਹ ਕੇ ਸਮਝ ਆਉਣਾ ਸ਼ੁਰੂ ਹੋ ਗਿਆ। ਇੰਦਰਪ੍ਰੀਤ ਜੀ ਕੁਝ ਕਹਿਣਾ ਚਾਹ ਰਹੇ? ਮੈਂ ਤਾਂ ਕਹਿ ਰਿਹਾ ਕਿ ਇਹ ਇੱਕ ਇਹੋ ਜਿਹਾ ਮਹਿਕਮਾ ਸੀ ਜਿਹਦੇ ਵਿੱਚ ਲੱਗਣ ਲਈ ਅਫਸਰ ਬਹੁਤ ਹੀ ਉਤਾਵਲੇ ਰਹਿੰਦੇ ਸੀਗੇ ਔਰ ਸਿਫਾਰਿਸ਼ਾਂ ਉੱਪਰ ਤੱਕ ਕਰਵਾਉਂਦੇ ਸੀਗੇ ਕਿ ਕਿਸੇ ਤਰ੍ਹਾਂ ਇਸ 'ਚ ਮੈਨੂੰ ਉਹ ਮਿਲ ਜੇ। ਪਰ ਇਹ ਸਰਕਾਰ ਆਉਣ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਦੋਨੋਂ ਅਧਿਕਾਰੀ ਹੱਥ ਜੋੜੀ ਜਾ ਰਹੇ ਕਿ ਸਾਨੂੰ ਹਟਾ ਦਿਓ। ਚਲੋ ਅਜੋਏ ਸ਼ਰਮਾ ਜੀ ਤਾਂ ਚਲੇ ਗਏ ਹੈਗੇ ਹੈ, ਅਜੇ ਵਰੁਣ ਰੁਜਮ ਹੋਰਾਂ ਦਾ ਨੰਬਰ ਨਹੀਂ ਆਇਆ, ਉਹ ਹਜੇ ਵੀ ਐਕਸਾਈਜ਼ ਕਮਿਸ਼ਨਰ ਲੱਗੇ ਹੋਏ ਆ। ਪਰ ਉਹ ਘੱਟੋ ਘੱਟ 3 ਵਾਰ ਜਿਹੜਾ ਹੈਗਾ ਉਹ ਮਿਨਿਸਟਰ ਜਿਹੜੇ ਹਰਪਾਲ ਚੀਮਾ ਹੈਗੇ ਨੇ ਇਸ ਡਿਪਾਰਟਮੈਂਟ ਦੇ, ਉਹਨਾਂ ਨੂੰ ਕਹਿ ਚੁੱਕੇ ਹੈ ਕਿ ਮੈਨੂੰ ਇਸ ਡਿਪਾਰਟਮੈਂਟ ਤੋਂ ਫਾਰਿਗ ਕਰ ਦਿਓ। ਔਰ ਪ੍ਰੋਬਲਮ ਉੱਥੇ ਇਹ ਹੋ ਰਹੀ ਹੈ ਕਿ ਨਵਾਂ ਐਕਸਾਈਜ਼ ਕਮਿਸ਼ਨਰ ਲਗਾਇਆ ਕਿਹੜਾ ਜਾਵੇ, ਇਹੀ ਤੈਅ ਨਹੀਂ ਹੋ ਪਾ ਰਿਹਾ ਕਿਉਂਕਿ ਕੋਈ ਵੀ ਹੁਣ ਇਸ ਡਿਪਾਰਟਮੈਂਟ ਦੇ ਵਿੱਚ ਲੱਗਣ ਦਾ ਇੱਛੁਕ ਹੀ ਨਹੀਂ ਹੈ। ਕਿਉਂਕਿ ਕੋਈ ਨਹੀਂ ਚਾਹੁੰਦਾ ਕਿ ਮੈਂ ਮਤਲਬ ਇਹ ਵੀ ਮੈਂ ਗ੍ਰਿਲਡ ਹੋਵਾਂ ਔਰ ਮੇਰਾ ਸਾਰਾ ਕੈਰੀਅਰ ਹੈ। ਮੈਨੂੰ ਲੱਗਦਾ ਕਿ ਇਹ ਪਹਿਲੀ ਵਾਰ ਹੋਇਆ ਕਿ ਐਕਸਾਈਜ਼ ਦੇ ਵਿੱਚ ਕੋਈ ਲੱਗਣਾ ਹੀ ਨਹੀਂ ਚਾਹ ਰਿਹਾ ਜੀ। ਇਹਦੇ ਨਾਲ ਇੱਕ ਚੀਜ਼ ਮੈਂ ਹੋਰ ਜੋੜ ਦਿਆਂ, ਹਰਪਾਲ ਚੀਮਾ ਬੜਾ ਫੂਕ ਕੇ ਕਦਮ ਰੱਖਦੇ ਨੇ। ਹਰਪਾਲ ਚੀਮਾ ਨੂੰ ਪਿਛਲੇ ਦਿਨਾਂ ਦੇ ਵਿੱਚ ਟਰਾਂਸਫਰਸ ਨੂੰ ਲੈ ਕੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਿਵੇਂ ਤੁਸੀਂ ਦੱਸਿਆ, ਪਿੱਛੇ ਉਹਨਾਂ ਨੂੰ ਜਿਹੜੇ GST ਦੇ ਮਾਮਲਿਆਂ 'ਚ ਹੋਈਆਂ FIR ਦੇ ਪੁਰਾਣੇ ਮਾਮਲੇ, ਉਹਦੇ ਵਿੱਚ ਵੀ ਕਿ ਪ੍ਰਵਾਨਗੀਆਂ ਨਾ ਦਿੱਤੀਆਂ ਜਾਣ, ਐਕਸਾਈਜ਼ ਡਿਪਾਰਟਮੈਂਟ ਦੇ ਆਲਾ ਅਧਿਕਾਰੀਆਂ ਦੇ ਪ੍ਰੈਸ਼ਰ ਥੱਲੇੋਂ ਵੀ ਲੰਘਣਾ ਪਿਆ। ਔਰ ਇੱਕ ਹੋਰ ਗੱਲ, ਬਹੁਤ ਸਾਰੇ MLA, ਬਹੁਤ ਸਾਰੇ ਪੋਲੀਟੀਕਲ ਲੋਕ ਸਿਫਾਰਿਸ਼ਾਂ ਕਰਦੇ ਹੁੰਦੇ ਆ EMPLOYEES ਦੀਆਂ, ਇਹ ਤਾਂ ਪਤਾ ਹੈ, ਸਭ ਨੂੰ ਪਤਾ ਹੈ ਕਿ ਇਹੀ ਤਰੀਕਾ ਹੈ। ਚੀਮਾ ਸਾਹਿਬ ਨੇ ਸਾਡੇ ਸੁਣ 'ਚ ਜੋ ਆਇਆ ਤਰੀਕਾ ਇਹ ਬਣਾਇਆ ਕਿ ਕੋਈ ਕਹਿੰਦਾ ਜੀ ਸਾਡਾ ਬੰਦਾ ਜਲੰਧਰ ਚਲਾ ਦਿਓ, ਉਹ ਜਲੰਧਰ ਦੇ ਵਿੱਚ ਲਾਉਣ ਨੂੰ ਤਿਆਰ ਹੋ ਜਾਂਦੇ, ਪਰ ਜਿੱਥੇ ਡਿਮਾਂਡ ਕੀਤੀ ਹੁੰਦੀ ਉਹਦੀ ਬਜਾਏ ਕਿਸੇ ਹੋਰ ਵਿੰਗ 'ਚ ਲਾ ਦਿੰਦੇ ਆ। ਪਹਿਲਾਂ ਰਿਟਰਨ 'ਚ ਐਪਲੀਕੇਸ਼ਨ ਵੀ ਮੰਗਾਈ ਜਾਂਦੀ ਵੀ ਲਿਆਓ, ਫਿਰ ਐਪਲੀਕੇਸ਼ਨ ਦੇ ਉੱਤੇ ਆਪਣਾ ਸਿਫਾਰਿਸ਼ ਵੀ ਹੁੰਦੀ ਹੈ, ਪਰ ਲਾਉਂਦੇ ਉਸੇ ਏਰੀਏ 'ਚ ਕਿਸੇ ਹੋਰ ਵਿੰਗ ਦੇ ਵਿੱਚ, ਤਾਂ ਕਿ ਇਹ ਨਾ ਲੱਗੇ ਕਿ ਇਹ ਪ੍ਰਾਈਮ ਪੋਸਟਿੰਗਸ ਨੇ, ਇਹ ਜਿਹੜੀਆਂ ਪੈਸੇ ਧੇਲੇ ਵਾਲੀਆਂ ਨੇ। ਇਸ ਕਰਕੇ ਸੋ ਬੜੇ ਫੂਕ ਕੇ ਕਦਮ ਰੱਖੇ ਜਾਣ ਵਾਲੀ ਗੱਲ ਆ, ਬਚ ਕੇ ਚੱਲਣਾ ਵੀ ਚਾਹੀਦਾ। ਜਿਹੜਾ ਐਡਵੋਕੇਟ ਨੇ ਉਹ ਐਡਵੋਕੇਟ ਹੋਣ ਦਾ ਇਹ ਫਾਇਦਾ ਵੀ ਹੁੰਦਾ ਹੈ ਨਾ, ਨਹੀਂ ਜੋ ਚੀਜ਼ਾਂ ਨੂੰ ਸਮਝਦੇ ਆ, ਕਾਨੂੰਨੀ ਨੁਕਤਿਆਂ ਨੂੰ ਸਮਝਦੇ ਆ।
ਰੰਧਾਵਾ ਜੀ ਡੇਟਸ ਬੜੀ ਇੰਪੋਰਟੈਂਟ ਹੈਗੀ ਹੈ SED ਦੀ ਚਾਰਜ ਸ਼ੀਟ ਦੇ ਵਿੱਚ। ਤੁਸੀਂ ਉਹ ਇਹ ਕਿੱਦਾਂ? ਦੇਖੋ ਕਿ ਨਵੰਬਰ ਦੇ ਮਹੀਨੇ ਵਿੱਚ ਦਿੱਲੀ ਦੀ ਐਕਸਾਈਜ਼ ਪਾਲਿਸੀ ਦਾ ਪੰਗਾ ਪੈਂਦਾ ਹੈ। ਲੈਫਟੀਨੈਂਟ ਗਵਰਨਰ ਰਿਕਮੈਂਡ ਕਰ ਦਿੰਦੇ ਨੇ CBI ਨੂੰ ਕਿ ਵੀ ਇਹਦੀ ਜਾਂਚ ਕਰੋ ਚੀਫ ਸੈਕਟਰੀ ਦੀ ਰਿਪੋਰਟ ਲੈਣ ਤੋਂ ਬਾਅਦ। ਉਸ ਤੋਂ ਬਾਅਦ 16 ਮਾਰਚ ਨੂੰ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਬਣਾਉਂਦੀ ਹੈ। 28 ਅਪ੍ਰੈਲ ਨੂੰ ਇਹ ਡਿਸਟਿਲਰੀਆਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ। 12 ਮਈ ਨੂੰ ਕਿਹਾ ਜਾਂਦਾ ਹੈ ਵੀ ਤੁਸੀਂ ਅਮਿਤ ਅਰੋੜਾ, ਦਿਨੇਸ਼ ਅਰੋੜਾ ਨੂੰ ਜਾ ਕੇ ਮਿਲੋ ਤੇ ਉੱਥੇ ਮਾਮਲਾ ਆਪਣਾ ਸੈਟਲ ਕਰਕੇ ਫਿਰ ਵਾਪਿਸ ਆਓ। ਇਹ ਗੱਲ ਨਰੇਸ਼ ਦੁਬੇ ਉਹਨਾਂ ਕਹਿੰਦੇ ਨੇ। ਫਿਰ 12 ਮਈ ਨੂੰ ਉਹ ਆਪਣਾ ਇੱਕ ਈਮੇਲ ਦੇ ਰਾਹੀਂ ਆਪਣਾ ਲਾਇਸੈਂਸ ਸਰੈਂਡਰ ਕਰ ਦਿੰਦੇ ਨੇ। 16 ਮਈ ਨੂੰ 4 ਦਿਨ ਬਾਅਦ ਹੀ ਫਿਰ ਨਰੇਸ਼ ਦੁਬੇ ਉਹਨਾਂ ਦੀ ਕੋਰਟ ਦੇ ਵਿੱਚ, ਕੋਰਟ ਕਹਿ ਲਓ ਜਾਂ ਉਹਨਾਂ ਦੇ ਦਫ਼ਤਰ ਦੇ ਵਿੱਚ ਇਹ ਸੈਟਲਮੈਂਟ ਹੁੰਦੀ ਹੈ ਵੀ 51 ਲੱਖ ਰੁਪਏ ਤੁਸੀਂ CM ਰਿਲੀਫ ਦੇ ਵਿੱਚ ਫੰਡ ਦੇ ਵਿੱਚ ਦੋਗੇ ਔਰ ਉਸ ਤੋਂ ਬਾਅਦ 25 ਲੱਖ ਰੁਪਏ ਪੈਨਲਟੀ ਤੁਹਾਨੂੰ ਲਾਈ ਜਾਂਦੀ ਹੈ। ਇਹਨਾਂ ਸਾਰੀ ਗੱਲਾਂ ਦਾ ਕਦੀ ਵੀ ਕੋਈ ਨੋਟਿਸ ਨਹੀਂ ਦਿੱਤਾ ਗਿਆ। ਬਿਨਾਂ ਨੋਟਿਸ ਤੇ ਇਹ ਸਾਰੀ ਕਾਰਵਾਈ ਹੁੰਦੀ ਹੈ। ਕਿਸ ਗੱਲ ਦੀ ਪੈਨਲਟੀ, ਕਿਸ ਗੱਲ ਦਾ 51 ਲੱਖ ਰੁਪਏ, ਸਿਲੰਡਰ ਵੀ ਕਰਤਾ, ਲਾਇਸੈਂਸ 6% ਨਹੀਂ ਦਿੱਤਾ, ਕਸੂਰ ਇੰਨਾ ਕੁ ਸੀਗਾ। ਮੈਨੂੰ ਇਹ ਲੱਗਦਾ ਹੈ ਕਿ ਮਹਾਦੇਵ ਟ੍ਰੇਡਰ ਜਾਂ ਕੋਈ ਵੀ ਬਿਜ਼ਨਸਮੈਨ, ਭਾਵੇਂ ਉਹ ਜੀਰੇ ਵਾਲੀ ਫੈਕਟਰੀ ਵਾਲੇ ਹੋਣ, ਉਹ ਕਦੀ ਵੀ ਸਰਕਾਰ ਦੇ ਨਾਲ ਟਕਰਾਵ ਦੀ ਸਥਿਤੀ ਦੇ ਵਿੱਚ ਨਹੀਂ ਆਉਣਾ ਚਾਹੁੰਦੇ। ਉਹ ਕਹਿੰਦੇ ਵੀ ਧੰਦਾ ਪਾਣੀ ਚੱਲਦਾ ਰਹੇ, ਚਲੋ 6% ਨਹੀਂ ਦਿੱਤਾ ਸੀ, ਹੁਣ ਦੇ ਦਿੰਦੇ ਆ, ਸਾਡੀ ਅਗਲੀ ਕਾਰਵਾਈ ਕਰ ਲਓ। ਪਰ ਵਿਜੇ ਨਾਇਰ ਉਹਨਾਂ ਜਿਹਦੀ ਕੋਈ ਕੰਪਲੇਂਟ ਕਰਦੇ ਨਾ ਵੀ ਮੈਨੂੰ ਇਹਨਾਂ ਦਾ ਮਾਲ, ਇਹਨਾਂ ਦੀ ਕਮਿਸ਼ਨ ਨਹੀਂ ਆਈ ED ਦੀ ਚਾਰਜ ਸ਼ੀਟ ਦੇ ਹਿਸਾਬ ਨਾਲ, ਉਸ ਤੋਂ ਬਾਅਦ ਇਹ ਸਾਰਾ ਐਕਸ਼ਨ ਹੁੰਦਾ। ਭਾਸਕਰ ਸਾਹਿਬ ਕਿਆ ਗੱਲ ਕਰਦੇ ਹੋ? ਇਹ ਤਾਂ ਤਕੜੇ ਦਾ ਸੱਤੀ ਵੀ 100 ਵਾਲਾ ਮੁਹਾਵਰਾ ਢੁਕਦਾ ਹੈ। ਐਵੇਂ ਥੋੜਾ ਸਿਆਣਿਆਂ ਨੇ ਇਹ ਕਮਲ ਕੁੱਟੇ, ਜਿਹੜੇ ਕਮਲ ਕਦੇ ਕਦੇ ਜਸਵਿੰਦਰ ਭੱਲਾ ਜ਼ਿਕਰ ਕਰਦੇ ਹੁੰਦੇ। ਫਿਰ ਮੈਂ ਰਿਪੀਟ ਕਰਦਾ ਇਸ ਗੱਲ ਨੂੰ ਕਿ ਹੁਣ ਸਾਰੇ ਨੀਝ ਲਾ ਕੇ ਤੱਕਣਗੇ, ਅਫਸਰਸ਼ਾਹੀ 'ਚ ਗੱਲਬਾਤ ਚੱਲੂਗੀ, ਪੋਲੀਟੀਕਲ ਲੋਕ ਇੱਕ ਦੂਜੇ ਨਾਲ ਗੱਲਾਂ ਕਰਨਗੇ, ਪੁਰਾਣੇ ਕਾਂਗਰਸੀ, ਪੁਰਾਣੇ ਅਕਾਲੀ ਵੀ ਕਨਸੋਆਂ ਲੈਣਗੇ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਅੰਦਰ ਕੀ ਕੀ ਹੁੰਦਾ, ਕਿ ਕੌਣ ਕਮਜ਼ੋਰ ਕੜੀ ਬਣਿਆ। ਇਹ ਮਹਾਦੇਵ ਵਾਲੇ ਸਭ ਤੋਂ ਪਹਿਲਾਂ ਬੋਲੇ, ਦੋਬੇ ਸਾਹਿਬ ਬੋਲੇ, ਹਾਂਜੀ, ਵਿਜੇ ਨਾਇਰ ਬੋਲੇ। ਕੌਣ ਸਭ ਤੋਂ ਪਹਿਲਾਂ ਬੋਲਿਆ ਕਿ ਕੜੀ ਨਾਲ ਕੜੀ ਜੁੜਦੀ ਗਈ ਤੇ ਇੱਕ ਸਿਲਸਿਲਾ ਬਣ ਗਿਆ, ਇੱਕ ਲੜੀ ਬਣ ਗਈ। ਜੇ ਚਾਰਜ ਸ਼ੀਟ ਨੂੰ ਮੰਨ ਲਈਏ ਕੱਲ ਨੂੰ, ਇਹਨੂੰ ਤੁਸੀਂ ਸਾਬਤ ਕਿਵੇਂ ਕਰਨਾ, ਪ੍ਰੂਵ ਕਿਵੇਂ ਕਰਨਾ, ਟ੍ਰਾਇਲ 'ਚ ਇਹਨੇ ਕਿਵੇਂ ਵਧਣਾ ਹੈ, ਇਹਦੇ ਵਿੱਚ ਬਚਾਅ ਪੱਖ ਨੇ ਕੀ ਕਹਿਣਾ, ਕਿੱਥੇ ਕੋਈ ਦਸਤਾਵੇਜ਼ ਨੇ, ਸਾਰੀਆਂ ਗੱਲਾਂ ਅੱਗੇ ਜਾ ਕੇ ਹੋਣਗੀਆਂ। ਪਰ ਫਿਲਹਾਲ ਇਹਨੂੰ ਦੋਸ਼ ਪੱਤਰ ਨੂੰ, ਚਾਰਜ ਸ਼ੀਟ ਨੂੰ ਐਜ਼ ਇਟ ਇਜ਼ ਅਸੀਂ ਜੋ ਸਾਡੇ ਕੋਲ ਸਰੋਤਾਂ ਤੋਂ, ਪ੍ਰਕਾਸ਼ਿਤ ਖਬਰਾਂ ਤੋਂ ਜਿਹੜੀ ਚੀਜ਼ ਆਈ ਆ ਉਹ ਤੁਹਾਡੇ ਸਾਹਮਣੇ ਰੱਖੀ ਆ। ਪਰ ਇੰਦਰਪ੍ਰੀਤ ਜੀ, ਵੈਸੇ ਕੱਲ ਚੰਗਾ ਨਹੀਂ ਕੀਤਾ, ਤੁਹਾਨੂੰ ਵੇਸਨ ਵੂਸਨ ਖਵਾਇਆ ਕਿ ਨਹੀਂ ਇਹਨਾਂ ਨੇ? ਕੋਈ ਚਾਹ ਚੂ ਕਹਿੰਦੇ ਅੱਜ ਕੱਲ ਸਵਾਦ ਬਣਦੀ, ਕਿੱਦਾਂ ਦੀ ਬਣਦੀ? ਮੈਨੂੰ ਤਾਂ 8-10 ਸਾਲ ਹੋ ਗਏ ਸੈਕਟਰੀਏਟ, ਸਾਨੂੰ ਕਦੇ ਸੱਦਿਆ ਹੀ ਕਿਸੇ ਨੇ ਨਹੀਂ। ਦੱਸਿਓ, ਇਹ ਗਵਰਨੈਂਸ ਸੁਸਾਇਟੀ ਵੀ ਬੜਾ ਤਗੜਾ ਹੀ ਮਾਮਲਾ ਹੈ। ਸੁਖਬੀਰ ਸਿੰਘ ਬਾਦਲ ਨੇ ਇਹਨੂੰ ਸ਼ੁਰੂ ਕੀਤਾ ਸੀ, ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਵੀ ਚਰਚਾ 'ਚ ਰਹੀ। ਸੇਵਾਵਾਂ ਦਾ ਜਿਹੜਾ ਆਨਲਾਈਨ ਪ੍ਰਕਿਰਿਆ, ਉਹਦੇ ਲਈ ਇਹ ਜਾਣੀ ਜਾਂਦੀ ਹੈ, ਪਰ ਇਹ ਨਵਲ ਅਗਰਵਾਲ ਨਾਲ ਜੁੜ ਕੇ ਮਸ਼ਹੂਰ ਹੋਈ ਹੈ। ਹੁਣ ਦੱਸੋ ਵੀ ਕੱਲ ਉੱਥੇ ਕਾਰਵਾਈ ਕੀ ਪਈ, ਨਿਯੁਕਤੀ ਲਈ ਕੁਝ ਤੈਅ ਹੋਇਆ ਕਿ ਨਹੀਂ? ਅਜੇ ਸਾਡਾ ਕੋਈ ਉੱਥੇ ਮਾੜਾ ਮੋਟਾ ਹਿੱਸਾ ਪੱਤੀ ਬਣ ਜੂ ਜੇ ਅਪਲਾਈ ਕਰੀਏ, ਕੀ ਕਹਿੰਦੇ ਹੋ? ਹਜੇ ਤਾਂ ਦੇਖੋ, ਮਤਲਬ ਜਿਹੜਾ ਕੈਬਨਿਟ ਨੇ ਉਸ ਦਿਨ ਦੇ ਵਿੱਚ ਜਦੋਂ ਇਹ ਏਜੰਡਾ ਗਿਆ ਸੀ, ਉਦੋਂ ਹੀ CM ਸਾਹਿਬ ਨੇ ਇਹ ਜਦੋਂ ਕਹਿਤਾ ਕਿ ਬਈ CM ਆਫਿਸ 'ਚ ਨਹੀਂ ਲੋੜ ਹੈਗੀ, ਇਹਨੂੰ ਗਵਰਨੈਂਸ ਸੁਸਾਇਟੀ 'ਚ ਤੁਸੀਂ ਲਗਾ ਲਓ, ਤਾਂ ਉਦੋਂ ਹੀ ਮਤਲਬ ਇਹ ਤੈਅ ਹੋ ਗਿਆ ਸੀ ਕਿ ਹੁਣ ਇੱਧਰ ਨਹੀਂ ਲੱਗਣਾ। ਤੇ ਕੱਲ ਉਹਦੀ ਫਿਰ ਮੀਟਿੰਗ ਵੀ ਰੱਖ ਲਈ ਸੀਗੀ ਚੀਫ ਸੈਕਟਰੀ ਸਾਹਿਬ ਨੇ ਵੀ ਗਵਰਨਰ ਸੁਸਾਇਟੀ ਦੇ ਵਿੱਚ ਕਿਵੇਂ ਲਗਾਉਣਾ। ਪਰ ਉੱਥੇ 2-3 ਦਿੱਕਤਾਂ ਤਾਂ ਆਉਣਗੀਆਂ ਹੀ। ਗਵਰਨਰ ਸੁਸਾਇਟੀ ਸਿਰਫ ਉਹਨਾਂ ਨੂੰ ਇੱਕ ਸੈਲਰੀ ਤਾਂ ਦੇ ਸਕਦੀ ਹੈ, ਉਹ ਵੀ ਇੱਕ ਲਿਮਿਟ ਤੱਕ, ਜਿੰਨਾ ਦੀ ਉਹਨਾਂ ਦੀ ਲਿਮਿਟ ਹੈਗੀ ਆ ਉਨੀ ਸੈਲਰੀ ਤਾਂ ਦੇ ਸਕਦੀ ਹੈ। ਪਰ ਕੋਠੀ ਦੇਣਾ, ਕਾਰਾਂ ਦੇਣਾ, ਇਹ ਮੈਨੂੰ ਲੱਗਦਾ ਕਿ ਉਹ ਸੁਸਾਇਟੀ ਦੇ ਉਹਦੇ ਵਿੱਚ ਹੈ ਨਹੀਂ ਹੈ। ਕੱਲ ਇਸ ਨੂੰ ਲੈ ਕੇ ਵੀ ਬਹੁਤ ਮੰਥਨ ਹੁੰਦਾ ਰਿਹਾ ਕਿ ਉਹ ਫਿਰ ਕਿਸ ਤਰ੍ਹਾਂ ਦਿੱਤਾ ਜਾਏਗਾ। ਔਰ ਦੂਸਰੀ ਗੱਲ ਇਹ ਕਿ ਇਹਨਾਂ ਨੂੰ ਰੱਖਣਾ ਕਿਵੇਂ ਹੈ, ਕੀ ਐਡਵਰਟਾਈਜ਼ਮੈਂਟ ਦਿੱਤੀ ਜਾਏਗੀ ਜਾਂ ਸਿੱਧੇ ਤੌਰ ਤੇ ਹੀ ਰੱਖਣਾ। ਇਸ ਤਰ੍ਹਾਂ ਦੀਆਂ ਬਹੁਤ ਗੱਲਾਂ ਚੱਲੀਆਂ ਨੇ, ਪਰ ਹਜੇ ਤੱਕ ਕੋਈ, ਕੱਲ ਤਾਂ ਕਿਸੇ ਨੇ ਵੀ ਮੂੰਹ ਨਹੀਂ ਖੋਲਿਆ। ਅਸੀਂ ਬਹੁਤ ਟਰਾਈ ਕਰਦੇ ਰਹੇ, ਲਾਸਟ ਤੱਕ ਟਰਾਈ ਕਰਦੇ ਰਹੇ ਵੀ ਸ਼ਾਇਦ ਕੁਝ ਹਾਸਲ ਹੋ ਜੇ, ਪਰ ਕੱਲ ਤੱਕ ਕੁਝ ਨਹੀਂ ਮਿਲਿਆ। ਹਾਲਾਂਕਿ ਮੀਟਿੰਗ ਤੋਂ ਪਹਿਲਾਂ ਚੀਫ ਸੈਕਟਰੀ ਨੇ ਜ਼ਰੂਰ ਇਹ ਕਿਹਾ ਸੀਗਾ ਕਿ ਉਹਨਾਂ ਨੂੰ ਸੁਸਾਇਟੀ ਦੇ ਵਿੱਚ ਲਗਾਉਣ ਲਈ ਅਸੀਂ ਅੱਜ ਸੋਚ ਰਹੇ ਹਾਂ, ਤੇ ਉਹਦੇ ਤੇ ਹੀ ਮੀਟਿੰਗ ਬੁਲਾਈ ਹੈ 1 ਵਜੇ। ਪਰ ਉਹ ਫੈਸਲਾ ਤੱਕ ਰਾਤ ਤੱਕ ਨਹੀਂ ਆਇਆ। ਉਹਨਾਂ ਨੇ ਕਿਹਾ ਸੀ ਸ਼ਾਮ ਤੱਕ ਸ਼ਾਇਦ ਆ ਜਾਏਗਾ, ਲੇਕਿਨ ਆਇਆ ਨਹੀਂ ਹੈ। ਮੈਨੂੰ ਲੱਗਦਾ ਕਿ ਜਿਹੜੇ ਡਿਪਾਰਟਮੈਂਟ ਦੇ ਅਧਿਕਾਰੀ ਨੇ, ਸ਼ਾਇਦ ਉਹਨਾਂ ਨੇ ਵੀ ਕੋਈ ਰਿਜ਼ੈਂਟਮੈਂਟ ਸ਼ੋ ਕੀਤੀ ਹੋਵੇ, ਆਪਣੀ ਰਿਜ਼ਰਵੇਸ਼ਨ ਰੱਖੀ ਹੋਵੇ ਕਿ ਵੀ ਇਸ ਤਰ੍ਹਾਂ ਦਾ ਨਹੀਂ ਕੀਤਾ ਜਾ ਸਕਦਾ। ਸ਼ਾਇਦ ਉਹਦੇ ਕਰਕੇ ਗੱਲ ਅਟਕ ਗਈ ਹੈ। ਹਜੇ ਹੁਣ ਉਹ ਕਿਵੇਂ ਸਿਰੇ ਲੱਗੇਗੀ, ਉਹਦਾ ਵਿੱਚ ਵਾਲਾ ਰਸਤਾ ਕਿਵੇਂ ਨਿਕਲੇਗਾ, ਇਹਦੇ ਉੱਤੇ ਵੀ ਮੰਥਨ ਹੋਏਗਾ। ਹੋ ਸਕਦਾ 1-2 ਮੀਟਿੰਗਾਂ 'ਚ ਹੋਰ
ਇਹਦੇ ਉੱਤੇ ਮੰਥਨ ਹੋ ਜਾਏ ਤੇ ਫਿਰ ਉਸ ਤੋਂ ਬਾਅਦ ਕੁਝ ਬਾਰੇ। ਪਰ ਇਹਦੇ 'ਚ ਜਿਹੜਾ ਇੱਕ ਨੁਕਤਾ ਇੰਟਰਸਟਿੰਗ ਹੈ ਉਹ ਇਹ ਹੈ ਕਿ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਪੰਜਾਬ ਦੀ ਰਾਜਨੀਤੀ 'ਚ ਵੱਡਾ ਬਦਲਾਅ ਜ਼ਰੂਰ ਹੋਣ ਜਾ ਰਿਹਾ ਹੈ, ਕਿਉਂਕਿ ਸੀਐਮ ਸਾਹਿਬ ਨੇ ਜਿਸ ਤਰ੍ਹਾਂ ਮਤਲਬ ਪਹਿਲਾਂ ਤਾਂ ਜੋ ਦਿੱਲੀ ਤੋਂ ਹੁਕਮ ਆਉਂਦੇ ਸੀ ਉਸੇ ਤਰ੍ਹਾਂ ਹੀ ਫੁੱਲ ਚੜਾ ਦਿੰਦੇ ਸੀ, ਪਰ ਹੁਣ ਥੋੜਾ ਥੋੜਾ ਉਹਨਾਂ ਨੇ ਆਪਣੀ ਰਿਜ਼ਰਵੇਸ਼ਨ ਵੀ ਰੱਖਣੀ ਸ਼ੁਰੂ ਕਰਤੀ ਹੈ। ਜਿਸ ਤਰ੍ਹਾਂ ਇਹੀ ਇਹਨਾਂ ਨੂੰ ਸੀਐਮ ਆਫਿਸ 'ਚ ਪਹਿਲਾਂ ਜਿਵੇਂ ਪਹਿਲਾਂ ਦੀ ਰਵਾਇਤਾਂ ਹੈਗੀਆਂ ਨੇ, ਪਿਛਲੀਆਂ ਗਵਰਨਮੈਂਟਾਂ 'ਚ ਵੀ ਰੱਖਦੇ ਰਹੇ ਆ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ 22-23 ਰੱਖੇ ਹੋਏ ਸੀ ਬੰਦੇ ਆਪਣੇ ਸੀਐਮ ਆਫਿਸ 'ਚ ਸਾਰੇ ਟੋਟਲ ਮਿਲਾ ਕੇ। ਇਸ ਤਰ੍ਹਾਂ ਹੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਕਈ ਬੰਦੇ ਰੱਖੇ ਹੋਏ ਸੀ, ਸੁਖਬੀਰ ਬਾਦਲ ਹੋਰਾਂ ਨੇ ਵੀ ਕਈ ਬੰਦੇ ਰੱਖੇ, ਪਰ ਇਹਨਾਂ ਨੇ ਉਸ ਤਰ੍ਹਾਂ ਦੀ ਰਵਾਇਤ ਨਹੀਂ ਅਪਣਾਈ ਹੋਈ। ਇਹਨਾਂ ਨੇ ਮਤਲਬ ਓਨੀ ਨਹੀਂ ਅਪਣਾਈ। ਰੱਖ ਸਕਦੇ ਸੀ, ਸੀਐਮ ਸਾਹਿਬ ਕੋਲੇ ਰਾਈਟ ਹੈਗਾ, ਉਹਨਾਂ ਨੂੰ 2 ਪੋਲੀਟੀਕਲ ਸੈਕਟਰੀ ਤਾਂ ਵੈਸੇ ਹੀ ਪ੍ਰੋਟੋਕੋਲ 'ਚ ਹੀ ਮਿਲਨੇ ਨੇ ਤਾਂ ਰੱਖ ਸਕਦੇ ਆ, ਪਰ ਉਹਨਾਂ ਨੇ ਨਹੀਂ ਰੱਖ ਕੇ ਕਿਸੇ ਹੋਰ ਭੇਜਿਆ। ਹੁਣ ਉਹ ਮੀਤ ਹੇਅਰ ਦੇ ਮਹਿਕਮੇ 'ਚ ਕੰਮ ਕਰਨਗੇ। ਇਸ ਤਰ੍ਹਾਂ ਦੀ ਕਨਸੂਮਾਂ ਮਿਲ ਰਹੀਆਂ ਨੇ, ਹਜੇ ਫਾਈਨਲ ਨਹੀਂ ਹੋਇਆ, ਦੇਖਦੇ ਆ ਕੀ ਫਾਈਨਲ ਹੁੰਦਾ ਹੈ ਇਸ ਦੇ ਉੱਤੇ। ਇੰਦਰਪ੍ਰੀਤ ਜੀ ਕੀ ਗੱਲ ਕਰ ਰਹੇ ਹੋ ਜੀ? ਉਹ ਚੰਨੀ ਸਾਹਿਬ ਅਕਸਰ ਕਹਿੰਦੇ ਹੁੰਦੇ ਨਾ, ਕਿਆ ਗੱਲ ਕਰਦੇ ਹੋ? ਗੱਲ ਤਾਂ ਇਹ ਹੈ ਕਿ ਸਵਾਲ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਉਸ ਦੌਰ ਦਾ ਵੀ ਦੇਖ ਲਓ। ਪ੍ਰਸ਼ਾਂਤ ਕਿਸ਼ੋਰ ਨੂੰ ਅਗਲਿਆਂ ਨੇ ਆਪਣਾ ਸਲਾਹਕਾਰ ਇਕੱਲਾ ਨਹੀਂ ਸੀ ਲਾਇਆ, ਨਾਲ ਆਪਣੀ ਕੋਠੀ ਵੀ ਦਿੱਤੀ। ਯਾਦ ਹੈ ਤੁਹਾਨੂੰ? ਉੱਥੇ ਬਹਿ ਕੇ ਬਿਲਕੁਲ ਹਾਂ ਛੇਤੀ ਮੁੜ ਕੇ ਚਲੇ ਗਏ ਜਦੋਂ ਉਹਨਾਂ ਨੇ ਵੇਖਿਆ ਜਮਾ ਘਟਾਓ ਕਰਕੇ ਵੀ ਐਤਕੀ ਦਾਲ ਗਲਣੀ ਨਹੀਂ, ਤੇ ਆਪਣੇ ਗਲ ਦੇ ਵਿੱਚ ਹਾਰ ਦਾ ਠੀਕਰਾ ਕਿਉਂ ਪਾਉਣਾ। ਉਹ ਆਪਣੇ ਟਰੈਕ ਰਿਕਾਰਡ ਨੂੰ ਹੀ ਸੰਭਾਲਦੇ ਤੁਰ ਗਏ ਸੀਗੇ, ਕਿਉਂਕਿ ਕੋਰਟ 'ਚ ਵੀ ਚੈਲੰਜ ਹੋ ਗਈ ਸੀ। ਉਹ ਭਾਸਕਰ ਸਾਹਿਬ ਇੱਥੇ ਕੁਝ ਟਿੱਪਣੀ ਦੇਣਾ ਚਾਹ ਰਹੇ ਆ। ਵੈਸੇ ਜੰਜੂਆ ਸਾਹਿਬ ਮੈਨੂੰ ਲੱਗਦਾ ਹੁਣ ਆਪਣੇ ਨਵੇਂ ਦਫ਼ਤਰ 'ਚ ਜਾ ਕੇ ਹੀ, ਜਦੋਂ ਕਾਫੀ ਵਿਹਲੇ ਜੇ ਕੰਮ ਹੁੰਦੇ ਆ ਬਾਅਦ ਦੇ, ਭਾਵੇਂ ਕਿਸੇ ਕਮਿਸ਼ਨ 'ਚ ਚਲੇ ਜਾਓ ਜਾਂ ਕਿਤੇ, ਫਿਰ ਉੱਥੇ ਹੀ ਸਾਨੂੰ ਚਾਹ ਪਿਆਉਣਗੇ, ਪੀ ਲਾਂਗੇ, ਸਾਡਾ ਕੀ ਹੈ ਜੀ। ਅੱਜ ਕੱਲ ਤਾਂ ਹੋਵੇ ਜੀ, ਕੀ ਕਹਿੰਦੇ ਹੋ ਭਾਸਕਰ ਸਾਹਿਬ? ਕੱਲ ਦੀ ਮੀਟਿੰਗ ਰੰਧਾਵਾ ਜੀ ਹੋਈ ਕਿਸ ਕਰਕੇ ਸੀ? ਕੀ ਕੋਈ ਹੋਰ ਸਰਵਿਸ ਐਡ ਕਰਨੀ ਸੀ ਗਵਰਨੈਂਸ ਦੇ ਆਨਲਾਈਨ ਪੋਰਟਲ ਦੇ ਵਿੱਚ? ਐਦਾਂ ਦਾ ਕੋਈ ਵੀ ਜ਼ਿਕਰ ਉਸ ਮੀਟਿੰਗ ਦੇ ਵਿੱਚ ਨਹੀਂ ਹੋਇਆ। ਸਿਰਫ ਇਹ ਗੱਲ ਜ਼ਰੂਰ ਹੋਈ, ਹੋਰ ਸਰਵਿਸਿਜ਼ ਐਡ ਕਰਾਂਗੇ। ਗੱਲ ਤੇ ਇਹ ਸੀਗੀ ਕਿ ਬੌਸ ਨੇ ਕੋਈ ਬੰਦਾ ਭੇਜਿਆ ਸੀਗਾ, ਉਹਨੂੰ ਐਡਜਸਟ ਕਰਨਾ ਸੀਗਾ। ਕਿਹਾ ਗਿਆ ਸੀ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਲਾਓ OSD, ਮੁੱਖ ਮੰਤਰੀ ਨੇ ਨਾ ਕਰਤੀ। ਹੁਣ ਉਹ ਕਵਾਇਦ ਅੱਗੇ ਛਿੜੀ ਵੀ ਐਡਜਸਟ ਕਿੱਦਾਂ ਕਰੀਏ? ਬੰਗਲਾ, ਗੱਡੀ, ਉਹ ਤਮਾਮ ਚੀਜ਼ਾਂ ਆਪਾਂ ਪਹਿਲਾਂ ਹੀ ਦੇ ਚੁੱਕੇ ਹਾਂ, ਪਰ ਉਹ ਪੋਸਟ ਦੇ ਉੱਤੇ ਐਡਜਸਟ ਕਰਨਾ ਹੈ ਜਿਹਦੇ ਉੱਤੇ ਉਹ ਸਾਰੀ ਚੀਜ਼ਾਂ ਜਸਟੀਫਾਈ ਹੋ ਜਾਣ। ਹੁਣ ਭਾਵੇਂ ਈ ਗਵਰਨੈਂਸ ਸੁਸਾਇਟੀ ਦੀ ਮੀਟਿੰਗ ਦੇ ਵਿੱਚ ਕੱਲ ਜੰਜੂਆ ਸਾਹਿਬ ਨੇ ਇਹ ਗੱਲ ਤੇ ਕਹੀ, ਇੱਕ ਕੰਸਲਟੈਂਟ ਦੀ ਸਾਨੂੰ ਲੋੜ ਹੈ, ਤੇ ਉਹ ਕੰਸਲਟੈਂਟ ਵੀ ਨਵਲ ਅਗਰਵਾਲ ਹੋ ਸਕਦਾ। ਪਰ ਇਹ ਗੱਲ ਦੱਸੋ ਤੁਸੀਂ, ਨਵਲ ਅਗਰਵਾਲ ਉਹਨਾਂ ਨੂੰ ਜਿਹਨੂੰ ਪਹਿਲੇ ਹੀ ਉਹ ਭੱਤੇ ਦਿੱਤੇ ਜਾ ਸਕਦੇ ਆ, ਜਿਹੜੀ ਈ ਗਵਰਨੈਂਸ ਸੁਸਾਇਟੀ ਦੇ ਹਿਸਾਬ ਨਾਲ ਦਾਇਰੇ ਦੇ ਵਿੱਚ ਨਹੀਂ ਆਉਂਦੇ, ਐਡਵਰਟਾਈਜ਼ਮੈਂਟ ਦੇਣੀ ਪਏਗੀ। ਹੁਣ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਐਡਵਰਟਾਈਜ਼ਮੈਂਟ ਦੇ ਵਿੱਚ, ਇੰਦਰਪ੍ਰੀਤ ਉਹਨਾਂ ਵੀ ਅਪਲਾਈ ਕਰ ਸਕਦੇ ਨੇ, ਤੇ ਉੱਥੇ ਰੋਲਾ ਜ਼ਿਆਦਾ ਪੈ ਜਾਊਗਾ। ਇਹ ਤੇ ਬੌਸ ਦੇ ਬੰਦੇ ਨੂੰ ਐਡਜਸਟ ਕਰਨ ਵਾਲੀ ਗੱਲ ਹੈਗੀ। ਮੈਨੂੰ ਇਹ ਲੱਗਦਾ ਕਿ ਹੁਣ ਦੂਜਾ ਤੀਜਾ ਰਸਤਾ ਵੀ ਕੇ ਜੰਜੂਆ ਉਹਨਾਂ ਨੂੰ ਕੱਢਣਾ ਪਏਗਾ, ਕਿਉਂਕਿ ਬਣਦਾ ਮਾਣ ਸਨਮਾਨ ਉਹ ਵੀ ਬੌਸ ਦੇ ਬੰਦੇ ਨੂੰ ਦੇਣਾ ਤੇ ਜ਼ਰੂਰੀ ਹੈ। ਔਰ ਉਹਨਾਂ ਨੂੰ ਜਦ ਦਿੱਲੀ ਤੋਂ ਘੱਲਿਆ ਸੀਗਾ ਤੇ ਕਥਿਤ ਤੌਰ ਤੇ ਇਹ ਵੀ ਕਿਹਾ ਸੀ ਵੀ ਤੁਸੀਂ ਵਰਚੁਅਲੀ ਸਰਕਾਰ ਚਲਾਣੀ ਹੈ। ਆ ਜਿਹੜੀ ਈ ਗਵਰਨੈਂਸ ਵਾਲੇ ਅਹੁਦੇ ਹੁੰਦੇ ਨੇ, ਬੜੇ ਹਲਕੇ ਜਿਹੇ ਹੁੰਦੇ ਨੇ। 1-2 ਸਰਵਿਸ ਐਡ ਕਰਕੇ, 1-2 ਸਰਵਿਸ ਕੱਢ ਕੇ ਤੁਸੀਂ ਕੋਈ ਬਹੁਤ ਜ਼ਿਆਦਾ ਸਰਕਾਰ ਦੇ ਅਕਸ ਦੇ ਵਿੱਚ ਆਪਣਾ ਰੋਲ ਨਹੀਂ ਲੱਭ ਸਕਦੇ। ਤੇ ਏਦਾਂ ਦੇ ਹਾਲਾਤ ਦੇ ਵਿੱਚ ਨਵਲ ਅਗਰਵਾਲ ਉਹਨਾਂ ਨੂੰ ਜਿਹੜੀ ਗੱਲ ਦਿੱਲੀ ਤੋਂ ਕਹਿ ਕੇ ਭੇਜੀ ਸੀ, ਉਹ ਹਜੇ ਤੱਕ ਇੱਥੇ ਮੁੱਖ ਮੰਤਰੀ ਦੀ ਨਾਂ ਤੋਂ ਬਾਅਦ ਔਖੀ ਜੀ ਹੋ ਗਈ ਹੈ। ਹੁਣ ਜੰਜੂਆ ਸਾਹਿਬ ਦੇ ਵਾਸਤੇ ਸਿਰਦਰਦੀ ਜ਼ਰੂਰ ਵੱਧ ਗਈ ਹੈ ਵੀ ਐਡਜਸਟ ਕਿੱਥੇ ਕਰੀਏ। ਤੁਸੀਂ ਸ਼ਰਾਰਤਾਂ ਕਰਦੇ ਹੋ, ਅਗਲਿਆਂ ਦੇ ਭਾਅ ਦੀ ਬਣੀ ਆ। ਪੁੱਛ ਕੇ ਵੇਖੋ ਉਹਨਾਂ ਨੂੰ, ਅਗਲਿਆਂ ਨੇ ਇਹ ਤੀਰ ਟਿਕਾਣੇ ਮਾਰਿਆ ਸੀ। ਜਿਹੜਾ ਬੰਦਾ ਮੁੱਖ ਮੰਤਰੀ ਦੇ ਦਫ਼ਤਰ 'ਚ ਹੋਊਗਾ, ਕੇਜਰੀਵਾਲ ਸਾਹਿਬ ਦਾ ਖਾਸ ਮਖਾਸ, ਉਹ ਮੁੱਖ ਮੰਤਰੀ ਨਾਲੋਂ ਵੀ ਪਾਵਰਫੁਲ ਦਿਸੂਗਾ ਜ਼ਰੂਰ। ਪਾਵਰਫੁਲ ਭਾਵੇਂ ਇਹਦੇ ਅਧਿਕਾਰਤ ਤੌਰ ਤੇ ਨਹੀਂ ਹੁੰਦਾ, ਪਰ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਬੈਠਾ ਬੰਦਾ, ਕੇਜਰੀਵਾਲ ਸਾਹਿਬ ਦਾ ਖਾਸ ਮਖਾਸ, ਹਰ ਮਾਮਲੇ ਦੇ ਵਿੱਚ ਵੀਟੋ ਵੀ ਕਰ ਸਕਦਾ, ਅਧਿਕਾਰੀਆਂ ਦੀ ਨਜ਼ਰ 'ਚ ਵੀ ਬਣਿਆ ਰਹਿਣਾ ਸੀ। ਜੋ ਮਰਜ਼ੀ ਆਰਡਰ ਕਰਦਾ, ਇੰਜ ਲੱਗਣਾ ਸੀ ਆਰਡਰ ਕੇਜਰੀਵਾਲ ਸਾਹਿਬ ਦਾ। ਇੱਕ ਰਿਮੋਟ ਸਰਕਾਰ ਗਵਰਨ ਕਰਨ ਵਰਗੀ ਸਥਿਤੀ ਬਣ ਜਾਣੀ ਸੀ। ਮੁੱਖ ਮੰਤਰੀ ਜੀ ਨੂੰ ਇਸ ਗੱਲ ਦਾ ਅੰਦਾਜ਼ਾ ਸ਼ਾਇਦ ਪਹਿਲਾਂ ਹੋ ਗਿਆ, ਔਰ ਇਹ ਮਰਿਆਦਾਵਾਂ ਉਹਨਾਂ ਨੂੰ ਵੀ ਪਤਾ ਸੀ ਕਿ ਹਰ ਇਲੈਕਸ਼ਨ ਦੇ ਵਿੱਚ ਮੇਰੇ ਮੂੰਹ ਤੇ ਅੱਗੇ ਆਉਣਗੀਆਂ, ਇਹ ਮੇਰਾ ਮੂੰਹ ਚੜਾਉਣਗੀਆਂ, ਵਿਰੋਧੀਆਂ ਨੇ ਹਰ ਥਾਂ ਘੇਰਨਾ ਹੈ। ਤੁਸੀਂ ਕਾਹਦੇ ਮੁੱਖ ਮੰਤਰੀ? ਮੁੱਖ ਮੰਤਰੀ ਤਾਂ ਬਣਿਆ ਫਿਰਦਾ ਫਲਾਣਾ। ਇਹ ਸਾਰੇ ਸਵਾਲ ਐਡਰੈਸ ਮੁੱਢਲੇ ਤੌਰ ਤੇ ਕੀਤੇ ਗਏ ਆ, ਪਰ ਨਹੀਂ, ਅਜੇ ਵੀ ਗੱਲ ਮੁੱਕੀ ਨਹੀਂ। ਜਿੰਨਾ ਤੰਗ ਸਵਾਈਆਂ ਹੁੰਦੀਆਂ, ਰਾਹ ਵੀ ਰੱਖੇ ਹੁੰਦੇ ਆ, ਪਰ ਹੁਣ ਰਾਹ ਵੇਖਣਾ ਪਊਗਾ। ਅੱਜ ਕੱਲ ਫੈਸ਼ਨ ਦਾ ਦੌਰ ਆ, ਕੀ ਪਤਾ ਕਿੱਥੋਂ ਨਿਕਲਣਾ ਹੈ। ਆਪਾਂ ਚੱਲਦੇ ਹਾਂ ਅਗਲੇ ਮਾਮਲੇ 'ਚ।
ਭਾਸਕਰ ਸਾਹਿਬ ਇਹ ਮਾਮਲਾ ਤੁਸੀਂ ਐਡਰੈਸ ਕਰੋ, ਪ੍ਰਨੀਤ ਕੌਰ ਵਾਲਾ ਜਰਾ। ਤੁਸੀਂ ਕਿੰਨੇ ਦਿਨਾਂ ਦਾ ਕਹਿ ਰਹੇ ਸੀ ਕਿ ਉਹਨਾਂ ਨੂੰ ਨੋਟਿਸ ਮਿਲਿਆ ਤੇ ਆਪਾਂ ਗੱਲ ਹੀ ਨਹੀਂ ਕੀਤੀ। ਹੁਣ ਗੱਲ ਕਰਨ ਵਾਲੀ ਬਣ ਗਈ, ਅਗਲੇ ਜਵਾਬ ਠੋਕ ਕੇ ਦਿੱਤਾ। ਹੁਣ ਕਾਂਗਰਸ ਕਹਿੰਦੀ ਆ ਇਹ ਤੇ ਰੋਂਦ ਮਾਰਨ ਵਾਲੀ ਗੱਲ ਆ ਜੀ, ਬਣੇ ਸਾਡੇ ਕੋਲੋਂ, ਸਾਡੀ ਇੱਜ਼ਤ ਹੀ ਨਹੀਂ ਕਰਦੇ, ਅਗਲੇ ਨੂੰ ਨੋਟਿਸ ਦੇ ਕੇ ਹੁਣ ਇੱਜ਼ਤ ਲੱਭਦੇ ਹੋ। ਮੈਨੂੰ ਲੱਗਦਾ ਹੈ ਕਿ ਬੀਬੀ ਪ੍ਰਨੀਤ ਕੌਰ ਨੇ ਲੀਕ ਖਿੱਚਤੀ ਆ, ਕੱਢੋ ਬਾਹਰ ਮੈਨੂੰ, ਮੈਂ ਤੇ ਆਰਾਮ ਨਾਲ ਅਗਲੇ 6-8 ਮਹੀਨੇ ਹੋਰ ਐਮਪੀ ਬਣੀ ਰਹੂੰਗੀ, ਮੇਰਾ ਕੀ ਜਾਂਦਾ, ਤੁਹਾਡਾ ਹੀ ਜਾਂਦਾ ਜੋ ਜਾਂਦਾ। ਫਰਵਰੀ 3 ਨੂੰ ਰਾਜਾ ਵੜਿੰਗ ਉਹਨਾਂ ਦੀ ਜਿੱਦ ਤੋਂ ਬਾਅਦ ਇੱਕ ਨੋਟਿਸ ਹੋਰ ਕੱਢ ਦਿੱਤਾ ਗਿਆ, 3 ਦਿਨ ਦਾ ਟਾਈਮ ਦਿੱਤਾ ਗਿਆ, ਸਸਪੈਂਡ ਪ੍ਰਨੀਤ ਕੌਰ ਨੂੰ ਕਰ ਦਿੱਤਾ ਗਿਆ। ਪ੍ਰਨੀਤ ਕੌਰ ਦੇ ਤੇਵਰ ਤੇ ਪਹਿਲੇ ਦਿਨ ਹੀ ਨਜ਼ਰ ਆ ਗਏ ਸੀ, ਜਦ ਉਹਨੇ ਕਿਹਾ ਸੀ ਵੀ ਕਾਂਗਰਸ ਦੀ ਹਾਈ ਕਮਾਨ ਫ੍ਰੀ ਹੈਗੀ ਹੈ ਮੇਰੇ ਖਿਲਾਫ ਕੋਈ ਵੀ ਐਕਸ਼ਨ ਲੈਣ ਦੇ ਵਾਸਤੇ। ਤੁਸੀਂ ਇਹ ਦੇਖੋ ਕਿ ਐਕਸ਼ਨ ਕਾਂਗਰਸ ਹੁਣ ਕਿਉਂ ਨਹੀਂ ਲੈ ਰਹੀ ਜਾਂ ਕਿਉਂ ਨਹੀਂ ਲੈ ਸਕਦੀ। ਜੇ ਕਾਂਗਰਸ ਪ੍ਰਨੀਤ ਕੌਰ ਨੂੰ ਕੱਢਦੀ ਹੈ ਤੇ ਫਿਰ ਕਾਂਗਰਸ ਉਹ ਜਿਹੜੀ ਮੈਂਬਰਸ਼ਿਪ ਹੈਗੀ ਹੈ ਪਾਰਲੀਮੈਂਟ ਦੀ, ਉਹ ਪ੍ਰਨੀਤ ਕੌਰ ਉਹਨਾਂ ਦੀ ਕਾਇਮ ਹੁੰਦੀ ਹੈ, ਬਾਈ ਇਲੈਕਸ਼ਨ ਦੀ ਲੋੜ ਨਹੀਂ ਪੈਣੀ ਤੇ ਅਗਲੇ ਸਾਲ 2024 ਦੇ ਵਿੱਚ ਭਾਵੇਂ ਪ੍ਰਨੀਤ ਕੌਰ ਜਾਂ ਉਹਨਾਂ ਦੀ ਸੁਪੁੱਤਰੀ ਜੈਇੰਦਰ ਕੌਰ ਪਟਿਆਲੇ ਦੇ ਵਿੱਚੋਂ ਇਲੈਕਸ਼ਨ ਲੜ ਸਕਦੀ ਹੈ। ਹੁਣ ਪ੍ਰਨੀਤ ਕੌਰ ਉਹਨਾਂ ਨੇ ਆਪਣੀ ਜਵਾਬ ਦੇ ਵਿੱਚ ਕੀ ਕਿਹਾ? ਆਪਣੇ ਜਵਾਬ ਦੇ ਵਿੱਚ ਪਹਿਲੇ ਤਾਂ ਸਭ ਤੋਂ ਪਹਿਲੇ ਤਾਰਿਕ ਅਨਵਰ ਜਿਹੜੇ ਡਿਸਪਲਿਨਰੀ ਕਮੇਟੀ ਦੇ ਮੈਂਬਰ ਵੀ ਹੈਗੇ ਨੇ, ਉਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਚਿੱਠੀ ਲਿਖ ਰਹੇ ਹੋ। ਤੁਸੀਂ 1999 ਦੇ ਵਿੱਚ ਜਦ ਸੋਨੀਆ ਗਾਂਧੀ ਉਹਨਾਂ ਨੇ ਪ੍ਰਧਾਨ ਮੰਤਰੀ ਬਣਨਾ ਸੀਗਾ, ਤੁਸੀਂ ਸੋਨੀਆ ਗਾਂਧੀ ਦਾ ਵਿਰੋਧ ਕੀਤਾ ਸੀ ਵੀ ਤੁਹਾਡੇ ਕੋਲ ਤੇ ਇੰਡੀਅਨ ਸਿਟੀਜ਼ਨਸ਼ਿਪ ਹੀ ਨਹੀਂ ਹੈ ਔਰ ਇੱਕ ਫੋਰਨਰ ਨੂੰ ਕਿੱਦਾਂ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ। ਉਸ ਤੋਂ ਬਾਅਦ 20 ਸਾਲ ਤੁਸੀਂ ਕਾਂਗਰਸ ਦਾ ਵਿਰੋਧ ਕਰਦੇ ਹੋਏ ਕਾਂਗਰਸ ਤੋਂ ਬਾਹਰ ਰਹੇ ਤੇ ਅੱਜ ਤੁਸੀਂ ਮੈਨੂੰ ਨੋਟਿਸ ਕੱਢ ਰਹੇ ਹੋ। ਫਿਰ ਬਾਰੀ ਆਈ ਰਾਜਾ ਵੜਿੰਗ ਦੀ। ਉਹ ਕਹਿੰਦੇ ਰਾਜਾ ਵੜਿੰਗ ਕਿਸ ਤਰੀਕੇ ਦੀ ਸ਼ਖਸੀਅਤ ਨੇ ਔਰ ਕੀ ਕੀ ਕੰਮ ਇਹਨਾਂ ਨੇ ਕੀਤੇ ਨੇ, ਤੁਸੀਂ ਮੇਰੇ ਪਤੀ ਨੂੰ ਬੁਲਾਓ, ਯਾਨੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ, ਉਹ ਤੁਹਾਨੂੰ ਸਾਰਾ ਕਾਲਾ ਚਿੱਠਾ ਦੱਸਣਗੇ ਕਿ ਕਿਸ ਤਰੀਕੇ ਨਾਲ ਆਪਣੀ ਸਰਕਾਰ ਦੇ ਵਿੱਚ ਰਾਜਾ ਵੜਿੰਗ ਉਹਨਾਂ ਦੇ ਉੱਤੇ ਲੱਗੇ ਹੋਏ ਇਲਜ਼ਾਮਾਂ ਤੋਂ ਬਚਾਇਆ ਗਿਆ, ਕਿਉਂਕਿ ਆਪਣੇ ਸੀਗੇ, ਕਾਂਗਰਸ ਦੇ ਸੀਗੇ, ਇਸ ਕਰਕੇ ਇਹ ਬਚਾਇਆ ਗਿਆ। ਹੁਣ ਨਾਲ ਦੇ ਨਾਲ ਲਾਸਟ ਵਿੱਚ ਉਹ ਇਹ ਵੀ ਲਿਖਦੇ ਨੇ ਵੀ ਕਾਂਗਰਸ ਵਾਲਿਓ ਜੋ ਲੈਣਾ ਐਕਸ਼ਨ ਲੈ ਲਓ, ਐਵੇਂ ਕਿ ਨੋਟਿਸ ਜੇ ਕਿਉਂ ਕੱਢ ਦਿਓ, ਤੁਸੀਂ ਬਿਲਕੁਲ ਫ੍ਰੀ ਹੋ, ਮੈਨੂੰ ਅੱਜ ਹੀ ਕੱਢ ਦਿਓ, ਪਰ ਕੱਢੋ ਤੇ ਸਹੀ। ਪਰ ਕੱਢਣ ਦੇ ਉੱਤੇ ਸਾਰੀ ਪੋਲੀਟੀਕਲ ਪਾਰਟੀਆਂ ਭਾਵੇਂ ਐਮਪੀ ਹੋਣ, ਯਾਦ ਕਰੋ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਸੀਗੀ, 4 ਵਿੱਚੋਂ 2 ਐਮਪੀ ਤੇ ਸ਼ੁਰੂ ਤੋਂ ਹੀ ਖਿਲਾਫਤ ਦੇ ਵਿੱਚ ਆ ਗਏ ਸੀਗੇ, ਪਰ ਐਂਡ ਤੱਕ ਉਹਨਾਂ ਨੂੰ ਕੱਢਿਆ ਗਿਆ ਨਹੀਂ। ਧਰਮਵੀਰ ਗਾਂਧੀ ਉਹਨਾਂ ਨੇ ਪੂਰੀ 5 ਸਾਲ ਮੈਂਬਰਸ਼ਿਪ ਨਿਭਾਈ ਔਰ ਉਸ ਤੋਂ ਬਾਅਦ ਉਹ ਖਾਲਸਾ ਸਾਹਿਬ ਉਹਤੇ ਮੈਨੂੰ ਲੱਗਦਾ ਕਿ ਮੈਂਬਰ ਪੂਰੇ 5 ਸਾਲ ਤੇ ਰਹੇ, ਪਰ ਆਮ ਆਦਮੀ ਪਾਰਟੀ ਨੇ ਕਦੀ ਉਹਨਾਂ ਨੂੰ ਕੱਢਿਆ ਨਹੀਂ। ਕੱਢਣ ਦੇ ਉੱਤੇ ਪਾਰਟੀਆਂ ਨੂੰ ਪਤਾ ਹੁੰਦਾ ਹੈ ਕਿ ਵੀ ਸਾਡੇ ਪੱਲੇ ਕੁਝ ਪੈਣਾ ਨਹੀਂ ਤੇ ਇਹਨਾਂ ਦਾ ਕੁਝ ਜਾਣਾ ਨਹੀਂ, ਔਰ ਇਹ ਰਾਜਨੀਤੀ ਹੀ ਹੁਣ ਕਾਂਗਰਸ ਦੇ ਵਿੱਚ ਪ੍ਰਨੀਤ ਕੌਰ ਨੂੰ ਲੈ ਕੇ ਚੱਲ ਰਹੀ। ਚੰਗਾ ਹੁੰਦਾ ਨਾ ਸਾਰਿਆਂ ਨੂੰ ਫਸਾ ਦਿੰਦੇ, ਅਜੇ ਸਾਲ ਪਿਆ, ਸਾਲ ਤੋਂ ਵੱਧ ਮਈ 'ਚ ਜਾ ਕੇ ਹੁੰਦੀਆਂ, 24 ਦੇ ਵਿੱਚ ਹੋਣੀਆਂ ਨੇ, ਤੇ ਸਾਰਿਆਂ ਨੂੰ ਫਸਾ ਦਿੰਦੇ। ਇੱਕ ਵਾਰੀ ਜ਼ਿਮਨੀ ਚੋਣ ਹੋਰ ਆ ਜਾਂਦੀ, ਨਾਲੇ ਪਤਾ ਲੱਗ ਜਾਂਦਾ ਕੌਣ ਕਿੰਨੇ ਪਾਣੀ 'ਚ, ਪਟਿਆਲੇ ਤੇ ਲੋਕ ਕਿਹਨੂੰ ਪਸੰਦ ਕਰਦੇ ਆ। ਖੇਡ ਹੀ ਖੇਡਣੀ ਹੁੰਦੀ, ਖੇਡ ਲੈਂਦੇ। ਇਹ ਤਾਂ ਪਿੱਛੋਂ ਤਗੜੇ ਪਰਿਵਾਰ ਤੋਂ ਆਉਂਦੇ ਆ, 4 ਸਹੂਲਤਾਂ 6 ਮਹੀਨੇ ਨਾਮ ਹੀ ਮਿਲਦੀਆਂ, ਕਿਹੜੀ ਗੱਲ ਸੀ। ਇੰਦਰਪ੍ਰੀਤ ਜੀ, ਦੋਵਾਂ ਚੀਜ਼ਾਂ ਨੂੰ ਇਕੱਠਿਆਂ ਕਰ ਦੋ। ਮਨੀਸ਼ ਤਿਵਾੜੀ ਦੇ ਉੱਤੇ ਵੀ ਚੰਗਾ ਤੰਜ ਕੱਸਿਆ ਜਾਖੜ ਸਾਹਿਬ ਨੇ ਵੀ ਇੱਕ ਨੋਟਿਸ ਹੋਰ ਤਿਆਰ ਕਰ ਲਓ ਭਾਈ, ਤੇ ਇਹ 2 ਚੀਜ਼ਾਂ ਨੂੰ ਕਲੱਬ ਕਰਕੇ ਅੱਗੇ ਵਧਾ ਦਿਓ, ਫਿਰ ਖਤਮ ਕਰੀਏ। ਹਾਂ, ਅਸਲ 'ਚ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਣੀ ਜਦੋਂ ਗਏ ਸੀਗੇ ਭਾਰਤੀ ਜਨਤਾ ਪਾਰਟੀ 'ਚ, ਉਦੋਂ ਹੀ ਇਹ ਵੀ ਕਨਸੂਆਂ ਚੱਲ ਰਹੀਆਂ ਸੀ ਨਾਲ ਦੀ ਨਾਲ ਹੀ ਕਿ ਪ੍ਰਨੀਤ ਕੌਰ ਹੋਣੀ ਵੀ ਜਾ ਸਕਦੇ ਆ। ਪਰ ਉੱਥੇ ਪਾਰਟੀ ਨੂੰ, ਖਾਸ ਤੌਰ ਤੇ ਭਾਜਪਾ ਨੂੰ ਇਹ ਦਿੱਕਤ ਆ ਰਹੀ ਸੀ ਕਿ ਜੇ ਅਸੀਂ ਮਤਲਬ ਜਾਵਾਂਗੇ ਤਾਂ ਪਤਾ ਨਹੀਂ ਉੱਥੋਂ ਸੀਟ ਜਿੱਤੀ ਜਾਣੀ ਹੈ ਕਿ ਨਹੀਂ, ਲੇਕਿਨ ਸਾਨੂੰ ਬਾਈ ਇਲੈਕਸ਼ਨ ਜ਼ਰੂਰ ਕਰਾਉਣੀ ਪੈ ਜਾਣੀ ਹੈ ਉੱਥੇ। ਤਾਂ ਉਹ ਅਮਿਤ ਸ਼ਾਹ ਹੋਰਾਂ ਨੇ ਕਹਿੰਦੇ ਉਦੋਂ ਮਨਾ ਕਰਤਾ ਕਿ ਨਹੀਂ, ਅਜੇ ਤੁਸੀਂ ਆਪਣਾ ਉੱਥੇ ਹੀ ਬੈਠੋ, ਜਦੋਂ ਉਚਿਤ ਸਮਾਂ ਹੋਊਗਾ ਅਸੀਂ ਆਪਣੇ ਆਪ ਹੀ ਤੁਹਾਨੂੰ ਇੱਧਰ ਕਰ ਲਾਂਗੇ। ਤੇ ਤੁਸੀਂ ਦੇਖੋ ਕਿ ਉਸ ਦਿਨ ਤੋਂ ਬਾਅਦ ਹੀ ਪ੍ਰਨੀਤ ਕੌਰ ਲਗਾਤਾਰ ਕਾਂਗਰਸ ਦੀਆਂ ਕਾਰਵਾਈਆਂ ਦਾ ਵਿਰੋਧ ਹੀ ਕਰ ਰਹੇ। ਈਵਨ ਰਾਹੁਲ ਗਾਂਧੀ ਦੀ ਰੈਲੀ 'ਚ ਵੀ ਉਹ ਸ਼ਾਮਿਲ ਨਹੀਂ ਹੋਏ ਹੈਗੇ। ਦੂਜਾ ਜਿਹੜਾ ਤੁਸੀਂ ਗੱਲ ਕੀਤੀ ਹੈ ਮਨੀਸ਼ ਤਿਵਾੜੀ ਹੋਰਾਂ ਦੀ, ਮਨੀਸ਼ ਤਿਵਾੜੀ ਹੋਰਾਂ ਨੇ ਇੱਕ ਆਰਟੀਕਲ ਲਿਖਿਆ ਸੀ ਜਿਹਦੇ ਵਿੱਚ ਉਹਨਾਂ ਨੇ ਜੇਪੀਸੀ ਉਹਨਾਂ ਨੇ ਇਹ ਲਿਖਿਆ ਸੀਗਾ ਕਿ ਜਿਹੜੀ ਹਿੰਡਨਬਰਗ ਦੀ ਰਿਪੋਰਟ ਆਈ ਹੈ ਉਹ ਇਸ ਕਰਕੇ ਦਿੱਤੀ ਗਈ ਕਿ ਬਹੁਤ ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਭਾਰਤ ਨੂੰ ਅੱਗੇ ਵਧਣ ਤੋਂ ਰੋਕਣਾ ਚਾਹੁੰਦੀਆਂ ਨੇ। ਭਾਰਤ ਬਹੁਤ ਅੱਗੇ ਤੇਜ਼ੀ ਨਾਲ ਵਧ ਰਿਹਾ ਤੇ ਉਹਨੂੰ ਰੋਕਣ ਦੀ ਇਹ ਕਵਾਇਦ ਇਸ ਤਰ੍ਹਾਂ ਦੀਆਂ ਰਿਪੋਰਟਾਂ ਕਰ ਰਹੀਆਂ ਨੇ। ਕੱਲ ਜਦੋਂ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਮਤਲਬ ਕਾਂਗਰਸ ਨੇ ਪ੍ਰਦਰਸ਼ਨ ਕੀਤਾ ਤੇ ਜੁਆਇੰਟ ਪਾਰਲੀਮੈਂਟ ਕਮੇਟੀ ਦੀ ਜਾਂਚ ਦੀ ਮੰਗ ਕੀਤੀ, ਤਾਂ ਉਹਦੇ ਵਿੱਚ ਮਨੀਸ਼ ਤਿਵਾੜੀ ਫਿਰ ਬਹੁਤ ਅੱਗੇ ਸੀਗੇ। ਤਾਂ ਜਾਖੜ ਸਾਹਿਬ ਨੇ ਇਹ ਇੱਕ ਟਵੀਟ ਕੀਤਾ ਔਰ ਉਹਨਾਂ ਦੇ ਆਰਟੀਕਲ ਦਾ ਉਹ ਪੋਰਸ਼ਨ ਵੀ ਨਾਲ ਲਗਾਇਆ ਕਿ ਕਾਂਗਰਸ ਤਾਂ ਖੁਦ ਹੀ ਡਿਵਾਈਡਡ ਹਾਊਸ ਹੈ। ਇੱਕ ਪਾਸੇ
ਮਨੀਸ਼ ਤਿਵਾੜੀ ਲਿਖੀ ਜਾ ਰਿਹਾ ਹੈ ਕਿ ਬਈ ਇਹ ਸਾਡੀ ਸ਼ਕਤੀ, ਭਾਰਤ ਦੀ ਸ਼ਕਤੀ ਨੂੰ ਰੋਕਣ ਲਈ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ, ਤੇ ਦੂਜੇ ਪਾਸੇ ਉਹ ਜੁਆਇੰਟ ਪਾਰਲੀਮੈਂਟ ਕਮੇਟੀ ਦੀ ਰਿਪੋਰਟ ਨੂੰ ਜਿਹੜੀ ਕਮੇਟੀ ਦੀ ਜਾਂਚ ਨੂੰ ਦੀ ਮੰਗ ਕਰ ਰਿਹਾ। ਤਾਂ ਉੱਥੇ ਹੀ ਫਿਰ ਮਨੀਸ਼ ਤਿਵਾੜੀ ਹੋਰਾਂ ਨੇ ਕਿਹਾ ਕਿ ਜਾਖੜ ਸਾਹਿਬ ਨੇ ਮੇਰਾ ਪੂਰਾ ਉਹ ਨਹੀਂ ਪੜਿਆ ਹੈਗਾ ਲੱਗਦਾ ਆਰਟੀਕਲ, ਉਹਨਾਂ ਨੇ ਸਿਰਫ ਇੱਕ ਹੈਡਿੰਗ ਦੇਖ ਕੇ ਹੀ ਮੇਰੇ ਤੇ ਟਵੀਟ ਕਰਤਾ। ਮੈਂ ਇਹੀ ਕਿਹਾ ਕਿ ਜੁਆਇੰਟ ਪਾਰਲੀਮੈਂਟਰੀ ਕਮੇਟੀ ਜਦੋਂ ਬਣਦੀ ਹੈ ਉਦੋਂ ਕਿਸੇ ਵੀ ਪੱਖ ਦੇ ਸਾਰੇ ਪਹਿਲੂ ਆ ਜਾਂਦੇ ਹੈ, ਇਸ ਕਰਕੇ ਜਾਂਚ ਜੇਪੀਸੀ ਬਣਾਉਣੀ ਬਹੁਤ ਜ਼ਰੂਰੀ ਹੈ। ਭਾਸਕਰ ਸਾਹਿਬ, ਬੀਜੇਪੀ ਵਾਲੇ ਨਸ਼ੇ ਦੇ ਖਿਲਾਫ ਲੱਗੇ ਆ ਗੱਲ, ਇਹ ਤਾਂ ਗੱਲ ਤੋਰ ਹੀ ਲਓ ਤੁਸੀਂ। ਜਾਖੜ ਸਾਹਿਬ ਨੂੰ ਵੀ ਕੰਮ ਮਿਲਣ ਲੱਗਿਆ ਪੂਰੇ ਪੰਜਾਬ ਦੇ ਵਿੱਚ, ਜਦੋਂ ਭ੍ਰਮਣ ਕਰਨਾ ਰਾਹੁਲ ਗਾਂਧੀ ਕਰਕੇ ਗਏ ਆ, ਹੁਣ ਇਹ ਵੀ ਆਪਣੇ ਆਪ ਨੂੰ ਲੈ ਕੇ ਜਾਣਗੇ ਪਿੰਡਾਂ ਥਾਵਾਂ ਤੇ। ਹੁਣ ਭਾਜਪਾ ਕੋਲ ਲਗਭਗ ਸਾਰੇ ਪੰਜਾਬ ਦੇ ਵਿੱਚ ਵੱਡੇ ਵੱਡੇ ਆਗੂ ਵੀ ਆ, ਹਰ ਖਿੱਤੇ ਦੇ ਵਿੱਚ ਉਹਨਾਂ ਨੂੰ ਅਹਿਮ ਬੰਦੇ ਮਿਲ ਜਾਣੇ ਆ, ਉਹਨਾਂ ਅਹਿਮ ਬੰਦਿਆਂ ਨਾਲ ਜੁੜੇ ਹੋਏ ਥੱਲੇ ਦੇ ਅਹਿਮ ਬੰਦੇ ਵੀ ਹੁੰਦੇ ਆ। ਸੋ ਇਹ ਕਵਾਇਦ, ਇਹ ਕੰਪੇਨ, ਇਹ ਮੁਹਿੰਮ ਕਾਫੀ ਵੱਡੀ ਹੋਣ ਵਾਲੀ ਆ ਜਦੋਂ ਗਵਰਨਰ ਸਾਹਿਬ ਨੇ ਵੀ ਇਹਨੂੰ ਪਿਨ ਪੁਆਇੰਟ ਕਰਤਾ ਹੋਵੇ ਪੰਜਾਬ ਸਰਕਾਰ ਦੇ ਨਜ਼ਰੀਏ ਤੋਂ। ਜਿਸ ਤਰੀਕੇ ਨਾਲ ਹਿੰਡਨਬਰਗ ਦੀ ਰਿਪੋਰਟ ਔਰ ਮਨੀਸ਼ ਤਿਵਾਰੀ ਦਾ ਉਹ ਆਰਟੀਕਲ, ਉਸ ਆਰਟੀਕਲ ਦੇ ਵਿੱਚ ਮਨੀਸ਼ ਤਿਵਾਰੀ ਨੇ ਸਪੈਸੀਫਿਕਲੀ ਲਿਖਿਆ ਹੈ ਕਿ ਇਹ ਜੀਓਪੋਲਿਟੀਕਲ ਕਨਸਪੀਰੇਸੀ ਹੈਗੀ ਹੈ ਇੰਡੀਆ ਦੀ ਸਟਰੈਂਥ ਜਾਂ ਇੰਡੀਆ ਨੂੰ ਅੱਗੇ ਵਧਣ ਤੋਂ ਰੋਕਣ ਵਾਸਤੇ। ਇਸ ਗੱਲ ਨੂੰ ਪੜ੍ਹ ਕੇ ਜਾਖੜ ਸਾਹਿਬ ਐਕਟਿਵ ਹੋ ਗਏ, ਉਹਨਾਂ ਨੇ ਟਵੀਟ ਛੱਡਤਾ। ਉਸ ਤੋਂ ਬਾਅਦ ਟਵੀਟ ਫਿਰ ਇੱਕ ਛੱਡਿਆ ਮਨੀਸ਼ ਤਿਵਾਰੀ ਨੇ ਵੀ, ਕਹਿੰਦੇ ਅੱਗੇ ਤੇ ਪੜ੍ਹੋ, ਮੈਂ ਜੇਪੀਸੀ ਦੀ ਵੀ ਮੰਗ ਕਰ ਰਿਹਾ। ਜਦ ਜੇਪੀਸੀ ਦੀ ਮੰਗ ਕੀਤੀ ਜਾਂਦੀ ਹੈ ਤੇ ਇਹਦਾ ਮਤਲਬ ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਹਿੰਡਨਬਰਗ ਦੀ ਰਿਪੋਰਟ ਦੇ ਉੱਤੇ ਉਹਦੀ ਮੰਗ ਵੀ ਮੇਰੇ ਦੁਆਰਾ ਹੀ ਕੀਤੀ ਗਈ ਹੈ। ਫਿਰ ਬਾਅਦ ਚੋਂ ਦੋਨੋਂ ਜਦ ਟਵੀਟੋ ਟਵੀਟ ਹੁੰਦੇ ਆ, ਇੱਕ ਦੂਜੇ ਦੀ ਇੱਜ਼ਤ ਪੂਰੀ ਕਰਦੇ ਨੇ, ਮੇਰੇ ਕਾਬਿਲ ਦੋਸਤ। ਜਿੱਦਾਂ ਅਦਾਲਤਾਂ ਦੇ ਵਿੱਚ ਹੁੰਦੇ ਆ ਨਾ ਕਿ ਵਕੀਲ ਭਾਵੇਂ ਇੱਕ ਦੂਜੇ ਨੂੰ ਫੜਨ ਨੂੰ, ਕੁੱਟਣ ਨੂੰ ਵੀ ਤਿਆਰ ਹੋ ਜਾਣ, ਪਰ ਨਾਲ ਦੇ ਨਾਲ ਜ਼ਬਾਨ ਤੋਂ ਇਹ ਕਹਿੰਦੇ ਨੇ ਮੇਰੇ ਕਾਬਿਲ ਦੋਸਤ ਕੋ ਇਹ ਪਤਾ ਨਹੀਂ ਹੈ। ਏਦਾਂ ਦੇ ਕੱਦ ਟਵੀਟੋ ਟਵੀਟ ਦੋਨੋਂ ਆਪਸ ਵਿੱਚ ਹੋਏ। ਪਰ ਉਸ ਤੋਂ ਬਾਅਦ ਇੱਕ ਗੱਲ ਜ਼ਰੂਰ ਨਿਕਲ ਕੇ ਆਈ ਕਿ ਪਿਛਲੇ ਦਿਨਾਂ ਦੇ ਵਿੱਚ ਹਿੰਡਨਬਰਗ ਰਿਪੋਰਟ ਨੂੰ ਲੈ ਕੇ ਕੁਲਤਾਰ ਸੰਧਵਾ, ਸਾਡੇ ਜਿਹੜੇ ਸਪੀਕਰ ਸਾਹਿਬ ਨੇ, ਉਹਨਾਂ ਨੇ ਵੀ ਇੱਕ ਟਵੀਟ ਛੱਡਿਆ ਸੀ। ਉਸ ਟਵੀਟ ਦੇ ਵਿੱਚ ਮੋਦੀ ਸਾਹਿਬ ਨੂੰ, ਯਾਨੀ ਸ਼ਕਤੀਸ਼ਾਲੀ ਮੋਦੀ ਸਾਹਿਬ ਨੂੰ ਵੀਕ ਕਰਨ ਦੀ ਇੱਕ ਸਾਜ਼ਿਸ਼ ਹੈਗੀ ਹੈ, ਔਰ ਦੇਸ਼ ਦੇ ਖਿਲਾਫ, ਯਾਨੀ ਭਾਰਤ ਮਾਤਾ ਦੇ ਖਿਲਾਫ ਜਿਹੜਾ ਅਡਾਨੀ ਉਹਨਾਂ ਦੀ ਕੰਪਨੀ ਦਾ ਸਟੈਂਡ ਸੀਗਾ ਕਿ ਇਹ ਇੱਕ ਅਟੈਕ ਹੈਗਾ, ਉਹਨੂੰ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਵੀ ਅੱਗੇ ਵਧਾਤਾ। ਪਰ ਬਾਅਦ ਚ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤੇ ਪੰਗਾ ਪੈ ਜਾਣਾ ਹੈ, ਉਹਨਾਂ ਨੇ ਨਾਲ ਦੇ ਨਾਲ ਹੀ ਆਪਣਾ ਟਵੀਟ ਵਾਪਸ ਲੈ ਲਿਆ। ਪਰ ਜਿਹੜੇ ਮਨੀਸ਼ ਤਿਵਾਰੀ ਉਹਨਾਂ ਦੇ ਕੇਸ ਦੇ ਵਿੱਚ ਆ ਜਿਹੜੀ G23 ਵਾਲੀ ਗੱਲਾਂ ਤੁਰਦੀ ਸੀ ਨਾ, ਉਸ ਮੁੱਦੇ ਦੇ ਉੱਤੇ ਜਾਖੜ ਸਾਹਿਬ ਅਟੈਕ ਕਰਦੇ ਤੇ ਨਜ਼ਰ ਆਏ, ਪਰ ਨਾਲ ਦੇ ਨਾਲ ਅਟੈਕ ਵਾਪਸ ਵੀ ਲਿਆ। ਹੁਣ ਜਾਖੜ ਸਾਹਿਬ ਉਹ ਤਮਾਮ ਮੁੱਦਿਆਂ ਨੂੰ ਲੱਭਦੇ ਰਹਿੰਦੇ ਨੇ ਕਿ ਜਦ ਆਪਣੇ ਪੁਰਾਣੇ ਸਾਥੀਆਂ ਦੇ ਉੱਤੇ ਕਿੱਦਾਂ ਤੇ ਕਿਸ ਤਰੀਕੇ ਨਾਲ ਅਟੈਕ ਆਪਾਂ ਕਰ ਸਕਦੇ ਆ। ਹੁਣ ਗੱਲ ਬੀਜੇਪੀ ਦੀ ਡਰੱਗ ਦੀ ਯਾਤਰਾ ਦੀ ਕਰੀਏ। ਬਹੁਤ ਟਾਈਮ ਤੋਂ ਇਹ ਗੱਲ ਤੁਰਦੀ ਸੀਗੀ ਕਿ ਅਮਿਤ ਸ਼ਾਹ ਜੀ ਆਉਣਗੇ, ਅਮਿਤ ਸ਼ਾਹ ਉਸ ਤੋਂ ਬਾਅਦ ਡਰੱਗ ਦੇ ਖਿਲਾਫ ਇੱਕ ਯਾਤਰਾ ਜੀ ਕੱਢਣਗੇ। ਜਨਵਰੀ 29 ਨੂੰ ਅਮਿਤ ਸ਼ਾਹ ਉਹਨਾਂ ਦਾ ਪਟਿਆਲਾ ਵਿਜ਼ਿਟ, ਭਾਵੇਂ ਉਹ ਪ੍ਰਨੀਤ ਕੌਰ ਉਹਨਾਂ ਦਾ ਜੁਆਇਨ ਨਾ ਕਰਨ ਕਰਕੇ ਉਹ ਟੂਰ ਜਾਂ ਉਹ ਟ੍ਰਿਪ ਜਾਂ ਉਹ ਰੈਲੀ ਕੈਂਸਲ ਕਰ ਦਿੱਤੀ ਗਈ ਹੋਈ, ਪਰ ਹੁਣ ਇਹ ਗੱਲਾਂ ਨਿਕਲ ਕੇ ਆ ਰਹੀ ਹੈ ਵੀ ਅਗਲੇ ਮਹੀਨੇ ਦੇ ਦੂਜੇ ਹਫਤੇ ਦੇ ਵਿੱਚ ਇੱਕ ਡਰੱਗ ਦੇ ਖਿਲਾਫ ਯਾਤਰਾ ਬੀਜੇਪੀ ਕੱਢੇਗੀ। ਉਹ ਵੀ ਤਦ ਜਦ ਗਵਰਨਰ ਸਾਹਿਬ ਨੇ ਬਾਰਡਰ ਡਿਸਟ੍ਰਿਕਟ ਦੇ ਵਿੱਚ ਜਾ ਕੇ ਡਰੱਗ ਦੇ ਖਿਲਾਫ ਇੱਕ ਕੈਂਪੇਨ ਜੀ ਛੇੜਤੀ। ਹੁਣ ਤੁਸੀਂ ਇਹ ਕਹੋਗੇ ਕਿ ਇਹ ਇੱਕ ਟਾਈਮਿੰਗ ਸੀਗਾ, ਗਵਰਨਰ ਸਾਹਿਬ ਜਾਣਬੁੱਝ ਕੇ 1 ਔਰ 2 ਫਰਵਰੀ ਨੂੰ ਬਾਰਡਰ ਡਿਸਟ੍ਰਿਕਟ ਦੇ ਵਿੱਚ ਜਾ ਕੇ ਡਰੱਗ ਦੇ ਮੁੱਦਿਆਂ ਦੇ ਉੱਤੇ ਗੱਲਾਂ ਕਰਦੇ ਨੇ, ਔਰ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਵੀ ਡਰੱਗ ਦੇ ਮਾਮਲਿਆਂ ਦੇ ਵਿੱਚ ਬੜੀ ਐਕਟਿਵ ਜੀ ਨਜ਼ਰ ਆਉਂਦੀ ਹੈ। ਕੱਲ ਮੇਰੇ ਖਿਆਲ ਨਾਲ ਬਹੁਤ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਡਰੱਗ ਲੱਭਦੀ ਰਹੀ ਔਰ ਘਰ ਘਰ ਜਾ ਕੇ ਬੈੱਡਾਂ ਦੇ ਅੰਦਰ ਤੱਕ ਤਲਾਸ਼ੀ ਲੈਂਦੀ ਰਹੀ। ਇਸ ਗੱਲ ਦਾ ਆਗਾਜ਼ ਤੇ ਹੋ ਗਿਆ ਕਿ ਡਰੱਗ ਦੇ ਮੁੱਦੇ ਦੇ ਉੱਤੇ ਭਾਜਪਾ ਬਹੁਤ ਉੱਤੇ ਚੜ ਕੇ ਪੰਜਾਬ ਦੇ ਵਿੱਚ ਆਉਣਾ ਚਾਹੁੰਦੀ ਹੈ। NIA ਦੀ ਮਦਦ ਨਾਲ ਡਰੱਗ ਦੇ ਉੱਤੇ ਕਿੱਦਾਂ ਕੰਟਰੋਲ ਕਰਨਾ ਹੈ, ਉਹਦਾ ਵੀ ਇੱਕ ਬਲੂਪ੍ਰਿੰਟ ਤਿਆਰ ਕੀਤਾ ਗਿਆ। ਹੁਣ ਅਮਿਤ ਸ਼ਾਹ ਉਹਨਾਂ ਆਪ ਇਸ ਯਾਤਰਾ ਨੂੰ ਹਰੀ ਝੰਡੀ ਦੇਣਗੇ, ਔਰ ਇਹ ਯਾਤਰਾ ਸਿਰਫ ਇੱਕ ਕਨਸਟੀਚੁਐਂਸੀ ਦੇ ਵਿੱਚ ਨਹੀਂ, 13 ਕਨਸਟੀਚੁਐਂਸੀ ਜਿਹੜੀ ਲੋਕ ਸਭਾ ਦੀ ਹੈਗੀ ਹੈ ਉਹਦੇ ਵਿੱਚ ਸਾਈਮਲਟੇਨੀਅਸਲੀ ਚੱਲਣਗੀਆਂ, ਔਰ ਫਿਰ ਇੱਕ ਜਗ੍ਹਾ ਆ ਕੇ ਬਾਅਦ ਚੋਂ ਇਕੱਠੇ ਹੋਣਗੇ। ਉਹਦੇ ਵਿੱਚ ਪ੍ਰਧਾਨ ਮੰਤਰੀ ਵੀ ਡਰੱਗ ਦੇ ਮੁੱਦੇ ਦੇ ਉੱਤੇ ਇੱਕ ਰੈਲੀ ਪੰਜਾਬ ਦੇ ਵਿੱਚ ਕਰਨਗੇ। ਇਸ ਮੁੱਦੇ ਨੂੰ ਬੜੇ ਵੱਡੇ ਪੱਧਰ ਤੇ ਭਾਜਪਾ ਛੇੜਨ ਦੇ ਵਾਸਤੇ ਪੂਰੀ ਤਿਆਰ ਹੈ। ਗਵਰਨਰ ਸਾਹਿਬ ਦਾ ਵਿਜ਼ਿਟ ਹੋਏ ਜਾਂ ਫਿਰ ਵੱਖ-ਵੱਖ ਤਰੀਕੇ ਨਾਲ ਗੈਂਗਸਟਰਵਾਦ, ਡਰੱਗ ਦੇ ਮੁੱਦੇ ਦੇ ਉੱਤੇ ਸਰਕਾਰ ਨੂੰ ਘੇਰਨਾ, ਇਹ ਵੀ ਇੱਕ ਸਾਰੀ ਸਟ੍ਰੈਟਜੀ ਦਾ ਇੱਕ ਪਾਰਟ ਹੈਗਾ 2024 ਤੋਂ ਪਹਿਲੇ ਤਿਆਰੀ ਦਾ। ਭਾਸਕਰ ਸਾਹਿਬ ਨੇ ਜਿਹੜੀ ਆਗਾਜ਼ ਤੇ ਸਮਾਪਨ ਦੀ ਗੱਲ ਕੀਤੀ ਹੈ, ਮੈਂ ਤਾਂ ਇਹਦੇ ਉੱਤੇ ਜ਼ਿਆਦਾ ਪੜ੍ਹ ਨਹੀਂ ਸਕਿਆ। ਭਾਸਕਰ ਸਾਹਿਬ ਨੇ ਚੈੱਕ ਕਰ ਲਏ ਹੋਣਗੇ ਫੈਕਟਸ, ਸ਼ਾਇਦ ਪ੍ਰਧਾਨ ਮੰਤਰੀ ਸਾਹਿਬ ਆਉਣ
ਜੇ ਆਉਣ ਤੇ ਸ਼ਾਇਦ ਕੁਝ ਦੇ ਕੇ ਵੀ ਜਾਣ। ਪਿਛਲੀ ਵਾਰੀ ਉਹਨਾਂ ਦੀ ਵਿਜ਼ਿਟ ਰੱਦ ਹੋ ਗਈ ਸੀ ਤੇ ਪੰਜਾਬ ਦੇ ਲੋਕ ਇਸ ਗੱਲ ਨੂੰ ਉਡੀਕਦੇ ਆ। ਵੈਸੇ ਗਵਰਨਰ ਸਾਹਿਬ ਦੇ 1-2 ਦੇ ਦੌਰੇ ਤੋਂ ਪਹਿਲਾਂ ਪ੍ਰਦੇਸ਼ ਕਾਰਜਕਾਰਨੀ ਭਾਜਪਾ ਦੀ ਬੈਠੀ ਸੀ, ਜਿਹਦੇ 'ਚ ਉਹਨਾਂ 2 ਮੁੱਦਿਆਂ ਦੇ ਉੱਤੇ ਕੰਪੇਨ ਚਲਾਉਣ ਦੀ ਗੱਲ ਕੀਤੀ ਸੀ, ਜਿਸ ਤੋਂ ਬਾਅਦ ਗਵਰਨਰ ਸਾਹਿਬ ਨੇ ਗੱਲ ਕੀਤੀ, ਪੰਜਾਬ ਸਰਕਾਰ ਵੀ ਸਤਰਕ ਹੋਈ ਤੇ ਹੁਣ ਇਹ ਮੁਹਿੰਮ ਅੱਗੇ ਵਧੂਗੀ। ਨਸ਼ਾ ਵੱਡਾ ਮਾਮਲਾ ਹੈ ਪੰਜਾਬ 'ਚ, ਇਹ ਇੱਕ ਬਹੁਤ ਅਹਿਮ ਸੈਂਸਿਟਿਵ ਮੁੱਦਾ ਹੈ ਜਿਹਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ। ਇੱਥੋਂ ਹੀ ਕ੍ਰਾਈਮ ਨਿਕਲਦਾ, ਇੱਥੋਂ ਹੀ ਅਮਨ ਕਾਨੂੰਨ ਦੀ ਸਥਿਤੀ, ਉਹ ਸਾਰਾ ਕੁਝ ਇਸੇ ਤਰੀਕੇ ਨਾਲ ਅੱਗੇ ਵਧ ਰਿਹਾ। ਕੋਈ ਵੀ ਧਿਰ ਜੇ ਕੋਈ ਚੰਗੀ ਸੁਹਿਰਦ ਕੋਸ਼ਿਸ਼ ਕਰਨਾ ਚਾਹੁੰਦੀ ਹੈ ਤੇ ਉਹਨੂੰ ਕਰ ਲੈਣੀ ਚਾਹੀਦੀ ਹੈ, ਪਰ ਇਹਨੂੰ ਬਹੁਤ ਰੂਟ ਲੈਵਲ ਤੇ ਜਾ ਕੇ ਐਡਰੈਸ ਕਰਨ ਦੀ ਲੋੜ ਹੋਊਗੀ। ਮਾਪਿਆਂ ਤੋਂ ਲੈ ਕੇ ਪੰਚਾਇਤਾਂ ਤੱਕ ਤੇ ਹਰ ਗਲੀ ਮੁਹੱਲੇ ਤੱਕ ਤੁਹਾਨੂੰ ਜਾਣਾ ਪਊਗਾ, ਅਦਰਵਾਈਜ਼ ਤੁਹਾਡੇ ਕੋਲ ਬਹੁਤੇ ਬਦਲ ਬਚੇ ਨਹੀਂ। ਜਿਹੜੀ ਇੱਕ ਸ਼ਿਲੌਂਗ ਤੋਂ ਲੜਕੀ ਰੀਟਰੀਟ ਸੈਰੇਮਨੀ ਦੇਖਣ ਲਈ ਵਾਗੇ ਪਹੁੰਚੀ ਸੀਗੀ, ਸਨੈਚਿੰਗ ਦੌਰਾਨ ਉਹ ਆਟੋ 'ਚੋਂ ਡਿੱਗ ਕੇ ਮਰ ਗਈ, ਉਹਦੀ ਮੌਤ ਹੋ ਗਈ। ਉੱਥੇ ਬਹੁਤ ਸਾਰੇ ਸਿੱਖ ਵੀ ਰਹਿੰਦੇ ਆ ਸ਼ਿਲੌਂਗ ਦੇ ਵਿੱਚ, ਉੱਥੇ ਉਹਨਾਂ ਲੋਕਾਂ ਦੀ ਭਾਵੁਕ ਸਾਂਝ ਵੀ ਹੈ। ਉਹ ਸਾਡੇ ਇਸ ਖਿੱਤੇ ਨੂੰ ਬੜੀ ਇੱਜ਼ਤ ਦੀ ਨਜ਼ਰ ਨਾਲ ਦੇਖਦੇ ਆ। ਇੱਕ ਸਟੂਡੈਂਟ 28 ਸਾਲ ਦੀ, ਉਹ ਜੇ ਇੱਥੇ ਆ ਕੇ ਸਾਡੇ ਇਸ ਤਰ੍ਹਾਂ ਦੇ ਕ੍ਰਾਈਮ ਦੀ ਭੇਂਟ ਚੜ ਜਾਂਦੀ ਆ, ਸਾਡਾ ਸਾਰਿਆਂ ਦਾ ਸ਼ਰਮ ਨਾਲ ਸਿਰ ਝੁਕਦਾ ਹੈ। ਪੁਲਿਸ ਨੂੰ ਸਤਰਕ ਹੋਣ ਦੀ ਲੋੜ ਹੈ ਔਰ ਇਹਦੇ ਵਿੱਚ ਸਰਕਾਰ ਨੂੰ ਜ਼ਿਆਦਾ ਪ੍ਰੋਐਕਟਿਵ ਲੱਗਣਾ ਤਾਂ ਚਾਹੀਦਾ। ਘੱਟੋ ਘੱਟ ਇਹਦੇ ਵਿੱਚ ਇਹ ਚੀਜ਼ਾਂ ਕੋਈ ਇਗਨੋਰ ਕਰਨ ਵਾਲੀਆਂ ਹੈ ਨਹੀਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।